खबर पड़ताल देख रहे सारे दर्शकों का स्वागत है। मैं हाँ तुहाडे नाल सुखबीर के रावी ते मेरे नाल ने सीनियर जर्नलिस्ट सुरिंदर ढल्ला जी। ढल्ला जी, सब तो पहला तुहाडा बहुत बहुत स्वागत। बहुत बहुत धन्यवाद सुखबीर जी, तुहाडा भी और दुनिया भर के पंजाबियों का भी बहुत बहुत धन्यवाद। ਤੇ ਅੱਜ ਅਸੀਂ ਚਾਰ ਵੱਡੇ ਮੁੱਦੇ ਡਿਸਕਸ ਕਰਾਂਗੇ ਖਬਰ ਪੜਤਾਲ 'ਚ। ਸਭ ਤੋਂ ਪਹਿਲਾਂ ਗੱਲ ਕਰਾਂਗੇ ਵੂਮਨ ਕਮਿਸ਼ਨ ਤੇ ਚਰਨਜੀਤ ਚੰਨੀ ਦੇ ਮਾਮਲੇ ਦੀ, ਔਰ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕੱਲ ਪ੍ਰਗਟ ਸਿੰਘ ਔਰ ਚਰਨਜੀਤ ਚੰਨੀ ਦੀ ਮੀਟਿੰਗ ਬਾਰੇ, ਔਰ ਪ੍ਰਗਟ ਸਿੰਘ ਨੇ ਜੋ ਬਿਆਨ ਦਿੱਤੇ ਨੇ ਉਸ ਬਿਆਨਬਾਜ਼ੀ ਬਾਰੇ ਵੀ ਗੱਲ ਕਰਾਂਗੇ। ਨਾਲ ਹੀ ਮੋਦੀ ਨੂੰ ਚਿੱਠੀ ਲਿਖਣ ਦੇ ਮਾਮਲੇ 'ਚ ਕਿਸਾਨੀ ਲੀਡਰਸ ਜਿਹੜੇ ਮਤਭੇਦ ਆਏ ਨੇ ਉਹਨਾਂ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ ਢੱਲਾ ਜੀ। ਔਰ ਅਖੀਰ 'ਚ ਅਸੀਂ ਗੱਲ ਕਰਾਂਗੇ ਕੱਲ ਕਿਸਾਨਾਂ ਵੱਲੋਂ ਮਨਾਏ ਜਾਣ ਵਾਲੇ ਕਾਲੇ ਦਿਵਸ ਦੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਵੂਮਨ ਕਮਿਸ਼ਨ ਦੀ ਚੇਅਰਪਰਸਨ ਵੱਲੋਂ, ਜੋ ਕਿ ਉਹਨਾਂ ਨੂੰ ਕੈਪਟਨ ਵੱਲੋਂ ਫੋਨ ਕਰਕੇ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਜਲਦ ਹੀ ਉਹਨਾਂ ਨੂੰ ਜਵਾਬ ਦਿੱਤਾ ਜਾਏਗਾ। ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਦੇ ਦਖਲ ਤੋਂ ਬਾਅਦ ਇਹ ਮਾਮਲਾ ਕਿੱਧਰ ਜਾ ਰਿਹਾ? ਦੇਖੋ, ਬੜੀ ਉਮੀਦ ਸੀ ਕਿ ਵਿਮਨ ਕਮਿਸ਼ਨ ਦੇ ਚੇਅਰਪਰਸਨ ਉਹਨਾਂ ਨੇ ਜਿਵੇਂ ਸ਼ੁਰੂ 'ਚ ਕਿਹਾ ਸੀ ਕਿ ਅਗਰ 7 ਦਿਨਾਂ ਦੇ ਵਿੱਚ ਸਪਸ਼ਟੀਕਰਨ ਨਾ ਆਇਆ, ਸਾਨੂੰ ਰਿਪਲਾਈ ਨਾ ਆਇਆ ਤੇ ਮੈਂ ਮਟਕਾ ਚੌਂਕ ਤੇ ਜਾ ਕੇ ਧਰਨਾ ਮਾਰਾਂਗੇ। ਇਹ ਬੀਬੀ ਜਿਹੜੇ ਨੇ ਮਨੀਸ਼ਾ ਗੁਲਾਟੀ ਜੀ, ਉਹਨਾਂ ਵੱਲੋਂ ਕਿਹਾ ਗਿਆ ਸੀ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ। ਪਰ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਜਿਹਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਨੂੰ ਫੋਨ ਆਇਆ, ਜਿਹਦੇ ਵਿੱਚ ਸਰਕਾਰ ਨੇ ਕਿਹਾ ਕਿ ਅਸੀਂ ਤੁਹਾਨੂੰ ਜਲਦ ਹੀ ਇਹ ਰਿਪੋਰਟ ਭੇਜ ਰਹੇ ਹਾਂ। ਜਲਦ ਤੋਂ ਭਾਵ 1-2 ਦਿਨ ਵੀ ਹੋ ਸਕਦਾ, 5-7 ਦਿਨ ਵੀ ਹੋ ਸਕਦੇ ਨੇ। ਹੁਣ ਇੱਥੇ ਸਵਾਲ ਬਹੁਤ ਵੱਡਾ ਹੈ ਕਿ ਵਿਮਨ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਸੀ। ਵਿਮਨ ਕਮਿਸ਼ਨ ਇੱਕ ਕਨਸਟੀਟਿਊਸ਼ਨਲ ਬਾਡੀ ਹੈ ਔਰ ਵਿਮਨ ਕਮਿਸ਼ਨ ਦੇ ਚੇਅਰਪਰਸਨ ਕਹਿ ਰਹੇ ਨੇ ਕਿ ਸਾਨੂੰ ਟੈਲੀਫੋਨ ਆਇਆ ਪੰਜਾਬ ਦੇ ਮੁੱਖ ਮੰਤਰੀ ਦਾ। ਇਹਦਾ ਮਤਲਬ ਹੈ ਜਿਹੜਾ ਕੰਮ ਵਿਮਨ ਟੂ ਵਿਮਨ ਹੋਣਾ ਚਾਹੀਦਾ ਸੀ, ਵਿਮਨ ਕਮਿਸ਼ਨ ਦੇ ਚੇਅਰਪਰਸਨ ਨੇ ਚਿੱਠੀ ਲਿਖੀ। ਵਿਨੀ ਮਹਾਜਨ ਪੰਜਾਬ ਦੇ ਜਿਹੜੇ ਮੁੱਖ ਸਕੱਤਰ ਨੇ ਉਹ ਖੁਦ ਇੱਕ ਔਰਤ ਨੇ, ਜਾਂ ਤਾਂ ਵਿਨੀ ਮਹਾਜਨ ਪੰਜਾਬ ਦੇ ਵਿਮਨ ਕਮਿਸ਼ਨ ਨੂੰ ਫੋਨ ਕਰਕੇ ਸਮਾਂ ਮੰਗਦੇ ਜਾਂ ਚਿੱਠੀ ਲਿਖ ਕੇ ਸਮਾਂ ਮੰਗਦੇ ਵੀ ਪੰਜਾਬ ਸਰਕਾਰ ਨੂੰ ਤੁਹਾਡੀ ਚਿੱਠੀ ਮਿਲੀ ਸੀ, ਕੋਵਿਡ ਦੀ ਸਿਚੁਏਸ਼ਨ ਹੈ ਜਾਂ ਜੋ ਵੀ ਸਿਚੁਏਸ਼ਨ ਹੈ, ਵੀ ਸਾਨੂੰ ਹੋਰ ਸਮਾਂ ਚਾਹੀਦਾ ਹੈ। ਇਹ ਪਹਿਲਾਂ ਵੀ ਦੇਖੋ ਕਿਹਾ ਸੀਗਾ ਵਿਮਨ ਕਮਿਸ਼ਨ ਵੱਲੋਂ ਕਿ ਅਸੀਂ ਜਦੋਂ ਇਹ ਮਾਮਲਾ ਉੱਭਰਿਆ ਸੀ ਚਰਨਜੀਤ ਚੰਨੀ ਦਾ ਇਲਜ਼ਾਮਾਂ ਵਾਲਾ, ਉਦੋਂ ਵੀ ਵਿਮਨ ਕਮਿਸ਼ਨ ਕਹਿੰਦਾ ਅਸੀਂ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਸੀ, ਸਾਨੂੰ ਜਵਾਬ ਨਹੀਂ ਆਇਆ। ਸੋ ਇਹ ਗੱਲ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਸਰਕਾਰ ਇੱਕ ਤੈਅ ਪੈਟਰਨ ਤੇ ਚੱਲ ਰਹੀ ਹੈ ਜਾਂ ਕਿਵੇਂ ਚੱਲ ਰਹੀ ਹੈ। ਮੁੱਖ ਮੰਤਰੀ ਸਾਹਿਬ ਨੂੰ ਫੋਨ ਕਰਨਾ ਪਿਆ ਵਿਮਨ ਕਮਿਸ਼ਨ ਨੂੰ, ਉਹ ਕਿਉਂ ਕਰਨਾ ਪਿਆ? ਉਹਨਾਂ ਦੇ ਮੰਤਰੀ ਦਾ ਮਾਮਲਾ ਸੀ, ਸਵਾਲ ਐਡੇ ਵੱਡੇ ਨੇ, ਮਸਲਾ ਐਡਾ ਗੰਭੀਰ ਹੈ, ਔਰਤਾਂ ਦੀ ਸੁਰੱਖਿਆ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਸਰਕਾਰ ਦੇ ਮੁੱਖ ਮੰਤਰੀ ਨੇ ਵਿਮਨ ਕਮਿਸ਼ਨ ਦੇ ਚੇਅਰਪਰਸਨ ਨੂੰ ਫੋਨ ਕੀਤਾ। ਔਰ ਵਿਮਨ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਜੀ, ਬੜੀ ਰਿਸਪੈਕਟ ਹੈ ਉਹਨਾਂ ਦੀ, ਬੀਇੰਗ ਚੇਅਰਪਰਸਨ ਵਿਮਨ ਕਮਿਸ਼ਨ, ਔਰ ਇੱਕ ਔਰਤ ਹੋਣ ਦੇ ਨਾਤੇ ਵੀ ਉਹਨਾਂ ਦੀ ਬੜੀ ਇੱਜ਼ਤ ਹੈ। ਪਰ ਉਹ ਕਹਿੰਦੇ ਵੀ ਮੈਂ ਜਿਹੜੀ ਗੱਲ ਧਰਨੇ ਵਾਲੀ ਕੀਤੀ ਸੀ ਨਾ, ਵੀ ਮੈਂ ਮਟਕਾ ਚੌਂਕ ਤੇ ਧਰਨਾ ਮਾਰਨਾ, ਵੀ ਉਹ ਮੈਂ ਇੱਕ ਸੰਕੇਤਕ ਗੱਲ ਕੀਤੀ ਸੀ, ਵੀ ਉਹਨੂੰ ਕਹਿ ਲਈਏ ਕਿਸੇ ਵੀ ਰੂਪ 'ਚ ਦੇਖ ਲਈਏ ਵੀ ਜੋਸ਼ ਭਰਨ ਲਈ ਔਰਤਾਂ ਲਈ ਵੀ, ਔਰਤਾਂ ਦੇ ਹੱਕਾਂ ਲਈ ਲੜਿਆ ਜਾ ਸਕਦਾ। ਚਲੋ ਉਹਨਾਂ ਦੀ ਗੱਲ ਸਮਝ ਆਉਂਦੀ ਹੈ ਕਿ ਬੀਇੰਗ ਵਿਮਨ ਕਮਿਸ਼ਨ ਚੇਅਰਪਰਸਨ ਸ਼ਾਇਦ ਉਹਨਾਂ ਨੇ ਸੋਚਿਆ ਹੋਵੇ ਕਿ ਅਗਰ ਅਸੀਂ ਭੁੱਖ ਹੜਤਾਲ ਤੇ ਬੈਠਾਂਗੇ ਕਿ ਉਹਦਾ ਚੰਗਾ ਸੁਨੇਹਾ ਨਹੀਂ ਜਾਊਗਾ, ਉਹ ਗੱਲ ਚਲੋ ਸਮਝ ਆਉਂਦੀ ਆ ਉਹਨਾਂ ਦੀ। ਪਰ ਇਹ ਕਹਿ ਦੇਣਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਾਨੂੰ ਟੈਲੀਫੋਨ ਕਰਤਾ ਤੇ ਹੁਣ ਅਸੀਂ ਇੰਤਜ਼ਾਰ ਕਰਾਂਗੇ। ਹੁਣ ਦੇਖਦੇ ਹਾਂ ਕਿ ਜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੇ ਰਿਪੋਰਟ ਮੁੱਖ ਸਕੱਤਰ ਤੋਂ ਕਿੰਨੀ ਦੇਰ 'ਚ ਆਉਂਦੀ ਹੈ। ਦੇਖੋ, ਸਾਡੇ ਸਿਸਟਮ ਦਾ ਸਭ ਤੋਂ ਵੱਡੀ ਫਾਲਟ ਪਤਾ ਕੀ ਹੈ? ਸਾਡੇ ਜਾਂਚ ਹੁੰਦੀ ਨਹੀਂ, ਲਟਕਦੀ ਰਹਿੰਦੀ ਆ। ਬਰਗਾੜੀ ਦਾ ਮਾਮਲਾ ਦੇਖ ਲਓ, ਕਿਉਂ ਪੰਜਾਬ 'ਚ ਕਾਂਗਰਸ ਦੀ ਸਰਕਾਰ 'ਚ ਇੰਨਾ ਵਿਰੋਧ ਹੋ ਰਿਹਾ ਕਿ ਜਦੋਂ ਜਾਂਚ ਹੋਣੀ ਹੁੰਦੀ ਹੈ ਨਾ ਕਿਸੇ ਰਸੂਖਦਾਰ ਤੇ ਕਿਸੇ ਅਸਰਦਾਰ ਤੇ, ਫਿਰ ਉਹ ਜਾਂਚ ਨੂੰ ਆਨੇ ਬਹਾਨੇ ਸਰਕਾਰਾਂ ਆਪਣੀ ਮਰਜ਼ੀ ਮੁਤਾਬਕ ਪੂਰਾ ਕਰਦੀਆਂ ਨੇ। ਜੇ ਕਿਸੇ ਗਰੀਬ ਦੇ ਪੁੱਤ ਦੀ ਸ਼ਿਕਾਇਤ ਹੁੰਦੀ ਨਾ, ਹੁਣ ਤੱਕ ਥਾਣੇ ਵਾਲਿਆਂ ਨੇ ਪੂਰਾ ਟੱਬਰ ਚੱਕ ਕੇ ਲੈ ਜਾਣਾ ਸੀ। ਜੇ ਕਿਸੇ ਗਰੀਬ ਦੇ ਪੁੱਤ ਬਾਰੇ ਸ਼ਿਕਾਇਤ ਹੁੰਦੀ ਨਾ, ਤੇ ਹੁਣ ਤੱਕ ਵਿਮਨ ਕਮਿਸ਼ਨ ਦੀ ਸ਼ਿਕਾਇਤ ਤੋਂ ਬਾਅਦ ਥਾਣੇ ਨੇ ਪੂਰਾ ਟੱਬਰ ਚੱਕ ਕੇ ਲੈ ਜਾਣਾ ਸੀ। ਤੇ ਹੁਣ ਕਿਉਂਕਿ ਇੱਕ ਮੰਤਰੀ ਦੇ ਖਿਲਾਫ ਵਿਮਨ ਕਮਿਸ਼ਨ ਰਿਪੋਰਟ ਮੰਗ ਰਹੀ ਹੈ, ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਫੋਨ ਕਰ ਰਹੇ ਨੇ ਵਿਮਨ ਕਮਿਸ਼ਨ ਨੂੰ ਕਿ ਅਸੀਂ ਤੁਹਾਨੂੰ ਰਿਪੋਰਟ ਜਲਦ ਭੇਜ ਰਹੇ ਹਾਂ। ਸੋ 7 ਦਿਨਾਂ 'ਚ ਜਿਹੜੀ ਚੀਜ਼ ਨਹੀਂ ਭੇਜੀ ਗਈ, ਹੁਣ ਉਹਦੇ ਲਈ ਸਮਾਂ ਮੰਗਣ ਦਾ ਮਤਲਬ ਕੀ ਆ? ਫਿਰ ਉਹੀ ਗੱਲ ਹੋ ਗਈ ਨਾ, ਜਿਹੜੇ ਇਲਜ਼ਾਮ ਲੱਗਦੇ ਨੇ ਕਿ ਸਿੱਟ ਬਣਾ ਦਿਓ ਜੀ। ਹੁਣ ਕੱਲ੍ਹ ਨੂੰ ਇਹ ਵੀ ਹੋ ਸਕਦਾ ਵੀ ਸਰਕਾਰ ਕਵੇ ਜੀ ਅਸੀਂ ਤਾਂ ਇਹਦੇ ਤੇ ਸਿੱਟ ਬਣਾਤੀ, ਵੀ ਸਿੱਟ ਜਾਂਚ ਕਰੂਗੀ, ਫਿਰ ਅਸੀਂ ਵਿਮਨ ਕਮਿਸ਼ਨ ਨੂੰ ਰਿਪੋਰਟ ਦੇਵਾਂਗੇ। ਸੋ ਜਿਹੜੀਆਂ ਸਰਕਾਰਾਂ ਨੇ ਉਹ ਜਿਹੜੇ ਵੱਡੇ ਮਾਮਲੇ ਨੇ ਉਹਨਾਂ ਨੂੰ ਸਮੇਂ ਸਿਰ ਨਜਿੱਠਦੀਆਂ ਨਹੀਂ ਹੈ, ਜਾਂ ਇਹ ਕਹਿ ਲਓ ਕਿ ਸਰਕਾਰਾਂ ਵੀ ਇਸ ਤਰੀਕੇ ਦੇ ਮਾਮਲਿਆਂ ਨੂੰ ਇੱਕ ਟੂਲ ਦੀ ਤਰ੍ਹਾਂ ਵਰਤਦੀਆਂ ਨੇ ਕਿ ਲੋੜ ਪੈਣ ਤੇ ਵਰਤਾਂਗੇ, ਸਾਂਭੀ ਰੱਖੋ,
ਤਾਂ ਇਹ ਮਾਮਲੇ ਜਿਹੜੇ 3 ਸਾਲ ਦਾ ਪਿਆ ਹੋਣਾ। ਸਰਕਾਰ ਦੀ ਮਨਸ਼ਾ ਤੇ ਆਪਣੇ ਆਪ ਸਵਾਲ ਖੜਾ ਹੁੰਦਾ। ਮੈਂ ਨਹੀਂ ਸਵਾਲ ਖੜਾ ਕਰ ਰਿਹਾ, ਸਵਾਲ ਤਾਂ ਵਿਮਨ ਕਮਿਸ਼ਨ ਨੇ ਪਹਿਲਾਂ ਖੜਾ ਕੀਤਾ ਵੀ ਸਾਨੂੰ 7 ਦਿਨਾਂ 'ਚ ਰਿਪੋਰਟ ਦਿਓ। ਅਖਬਾਰ ਦੀ ਕਟਿੰਗ ਦੇ ਹਵਾਲੇ ਨਾਲ ਉਹਨਾਂ ਨੇ ਜਵਾਬ ਮੰਗਿਆ, ਤੇ ਅਖਬਾਰ ਦੀ ਕਟਿੰਗ ਕੀ ਕਹਿੰਦੀ ਸੀ ਕਿ ਚੰਨੀ ਸਾਹਿਬ ਦਾ ਕੋਈ ਮਾਮਲਾ ਹੈ। ਇਹਦਾ ਮਤਲਬ ਹੈ ਸਰਕਾਰ ਨੇ ਇਹ ਨਹੀਂ ਕਿਹਾ ਵੀ ਕੋਈ ਮਾਮਲਾ ਹੈ ਨਹੀਂ, ਸਰਕਾਰ ਨੇ ਸਮਾਂ ਮੰਗਿਆ ਵੀ ਅਸੀਂ ਤੁਹਾਨੂੰ ਦੱਸਦੇ ਹਾਂ। ਹੁਣ ਇਹ ਸਮਾਂ ਜਿਹੜਾ ਮੰਗਿਆ, ਇਸ ਸਮੇਂ 'ਚ ਸਰਕਾਰ ਕੀ ਕਰੂਗੀ? ਕੀ ਇਸ ਸਮੇਂ 'ਚ ਸਰਕਾਰ ਕੋਈ ਸਮਝੌਤਾ ਕਰਾਊਗੀ? ਚੰਗੀ ਗੱਲ ਹੈ ਅਗਰ ਸਮਝੌਤਾ ਹੋ ਜੇ, ਪਰ ਸਮਝੌਤਾ ਸਹਿਮਤੀ ਨਾਲ, ਦਬਾਅ ਨਾਲ ਨਹੀਂ ਹੋਣਾ ਚਾਹੀਦਾ। ਮਾਫੀ ਮੰਗਾਊਗੀ ਕੀ ਕਿਸੇ ਧਿਰ ਤੋਂ? ਪੀੜਤ ਧਿਰ ਮਾਫੀ ਦੇ ਸਕਦਾ ਹੈ, ਪਰ ਠੀਕ ਹੈ ਮਾਫੀ ਵੀ ਸਜ਼ਾ ਹੁੰਦੀ ਹੈ, ਪਰ ਦਬਾਅ ਨਾਲ ਮਾਫੀ ਮੰਗਵਾਈ ਜਾਣੀ ਉਹ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਜ਼ਬਰਦਸਤੀ ਉਹਨੂੰ ਕਿਹਾ ਜਾ ਸਕਦਾ ਹੈ, ਸਰਕਾਰੀ ਦਬਾਅ ਕਿਹਾ ਜਾ ਸਕਦਾ ਹੈ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਔਰ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਵਾਬ ਕੀ ਆਉਂਦਾ ਹੈ ਚਰਨਜੀਤ ਚੰਨੀ ਦੇ ਮਾਮਲੇ 'ਚ। ਸੋ ਪਰ ਇੱਕ ਵਾਰੀ ਮੈਂ ਤੁਹਾਨੂੰ ਗੱਲ ਸੁਣਾਉਣਾ ਬੀਬੀ ਮਨੀਸ਼ਾ ਗੁਲਾਟੀ ਉਹਨਾਂ ਦੀ। ਮਨੀਸ਼ਾ ਗੁਲਾਟੀ ਉਹਨਾਂ ਨੇ ਜਿਹੜੀ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਇਸ ਪੂਰੀ ਗੱਲ ਨੂੰ ਕਿਵੇਂ ਦੱਸਿਆ, ਇੱਕ ਵਾਰੀ ਤੁਹਾਨੂੰ ਮੈਂ ਉਹ ਸੁਣਾ ਦਿਆਂ, ਫਿਰ ਮੈਂ ਆਪਣੀ ਟਿੱਪਣੀ ਜਾਰੀ ਰੱਖਦਾ। ਮੁੱਖ ਮੰਤਰੀ ਸਾਹਿਬ ਦਾ ਮੈਨੂੰ ਅੱਜ ਫੋਨ ਆਇਆ ਸੀ, ਕਿਉਂਕਿ ਆਪਾਂ ਜਵਾਬ ਦੀ ਅੱਜ ਮੰਡੇ ਤੱਕ ਦਾ ਫਿਕਸ ਕੀਤਾ ਸੀ ਕਿ ਸੋਮਵਾਰ ਤੱਕ ਸਾਨੂੰ ਜਵਾਬ ਚਾਹੀਦਾ ਹੈ। ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਤੁਹਾਨੂੰ ਅੱਜ ਜਲਦੀ ਜਵਾਬ ਆ ਜਾਏਗਾ। ਉਮੀਦ ਹੈ ਅੱਜ ਸ਼ਾਮ ਤੱਕ ਆ ਜਾਏਗਾ। ਜਿਵੇਂ ਹੀ ਆ ਜਾਏਗਾ ਤੁਹਾਨੂੰ ਸਭ ਲੋਕਾਂ ਨੂੰ ਟੈਕਸਟ ਕਰ ਦਿੱਤਾ ਜਾਏਗਾ। ਦੇਖੋ ਮਟਕਾ ਚੌਕ ਤੇ ਜਿਹੜਾ ਇੱਕ ਕਿਹਾ ਸੀ, ਇੱਕੋ ਸਿਰਫ ਹੱਲਾ ਸ਼ੇਰੀ ਸੀ ਬੀਇੰਗ ਏ ਵੂਮਨ ਕਮਿਊਨਿਟੀ ਨੂੰ, ਕਿ ਇਹ ਇੱਦਾਂ ਦੇ ਜਿਹੜੇ ਮੈਟਰ ਨੇ ਜੇ ਪ੍ਰੋਮੀਨੈਂਟ ਲੋਕ ਹੀ ਇਸ ਤਰ੍ਹਾਂ ਦੇ ਕਰਨਗੇ ਤੇ ਸਮਾਜ ਦੇ ਇਹ ਛੁਪਣੇ ਨਹੀਂ ਚਾਹੀਦੇ। ਇਹੋ ਜਿਹੇ ਮੈਟਰ ਸਟਰੋਂਗ ਕਰਨ ਵਾਸਤੇ ਇੱਕ ਵੂਮਨ ਕਮਿਊਨਿਟੀ ਵਾਸਤੇ ਬੀਇੰਗ ਏ ਵੂਮਨ ਮੈਂ ਮੈਸੇਜ ਦਿੱਤਾ ਸੀ ਐਜ਼ ਏ ਕਮਿਸ਼ਨ ਦੀ ਚੇਅਰਪਰਸਨ। ਮੈਂ ਕਿਸੇ ਮਟਕਾ ਚੌਕ ਤੇ ਨਹੀਂ ਜਾਣਾ ਸੀ, ਸਿਰਫ ਇੱਕ ਹੱਲਾ ਸ਼ੇਰੀ ਸੀ, ਉਹ ਵੀ ਹੱਲਾ ਸ਼ੇਰੀ ਔਰਤਾਂ ਨੂੰ ਦੇਣ ਵਾਸਤੇ ਸੀ। ਉਹਦੇ 'ਚ ਵੀ ਮੈਨੂੰ ਇੰਨੇ ਕੁ ਸਾਰੇ ਮੈਸੇजेस ਮੇਰੇ ਫੋਨ ਤੇ ਆ ਗਏ ਕਿ ਇੰਨੀ ਸਾਰੀਆਂ ਲੇਡੀਜ਼ ਆਉਣ ਵਾਸਤੇ ਤਿਆਰ ਸਨ। ਔਰ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਉਹ ਕਰਨਾ ਮੁਨਾਸਿਬ ਨਹੀਂ ਸਮਝਿਆ। ਔਰ ਉਹ ਵੈਸੇ ਵੀ ਜਵਾਬ ਆ ਗਿਆ ਮੁੱਖ ਮੰਤਰੀ ਸਾਹਿਬ ਦਾ ਕਿ ਤੁਹਾਨੂੰ ਜਲਦੀ ਇਹਦੇ ਬਾਰੇ 'ਚ ਜਵਾਬ ਦੇ ਦਿੱਤਾ ਜਾਏਗਾ। ਆਸ਼ਵਾਸਨ ਦਿੱਤਾ ਉਹਨਾਂ ਨੇ ਮੈਨੂੰ, ਤੇ ਉਮੀਦ ਹੈ ਕਿ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਸਾਨੂੰ ਜਵਾਬ ਆ ਜਾਏਗਾ ਇਨ ਰਿਟਰਨ। ਜਿਸ ਤਰ੍ਹਾਂ ਹੀ ਜਵਾਬ ਆਏਗਾ ਮੀਡੀਆ ਨੂੰ ਉਹ ਫਾਰਵਰਡ ਕਰ ਦਿੱਤਾ ਜਾਏਗਾ। ਸੋ ਤੁਸੀਂ ਗੱਲ ਸੁਣੀ ਬੀਬੀ ਮਨੀਸ਼ਾ ਗੁਲਾਟੀ ਉਹਨਾਂ ਦੀ, ਸੋ ਬੜਾ ਸਤਿਕਾਰ ਹੈ ਉਹਨਾਂ ਦਾ। ਪਰ ਜਿਸ ਤਰੀਕੇ ਨਾਲ ਜੋ ਮਾਹੌਲ ਬਣਿਆ ਇਸ ਮਾਮਲੇ 'ਚ, ਜੋ ਸਰਕਾਰ ਦਾ ਰੁਖ ਹੈ, ਕਿਤੇ ਨਾ ਕਿਤੇ ਉਹ ਸ਼ੰਕੇ ਪੈਦਾ ਕਰਦਾ ਹੈ, ਸਵਾਲ ਖੜੇ ਕਰਦਾ ਹੈ ਕਿ ਕੀ ਇਨਸਾਫ ਹੈ ਜਿਹੜਾ ਉਹ ਸਰਕਾਰਾਂ ਆਪਣੀ ਮਰਜ਼ੀ ਨਾਲ ਦੇਣਗੀਆਂ? ਸਰਕਾਰਾਂ ਤੈਅ ਕਰਨਗੀਆਂ ਵੀ ਕਦੋਂ ਜਵਾਬ ਦੇਣੇ ਹੈ, ਕਦੋਂ ਕਿ ਦੇਣਾ ਠੀਕ ਰਹੂਗਾ, ਕਦੋਂ ਕਿ ਨਹੀਂ ਦੇਣਾ। ਇਹਦਾ ਮਤਲਬ ਹੈ ਕਾਨੂੰਨ ਦੇ ਮੁਤਾਬਕ ਜਿਹੜੀ ਪਹਿਲ ਹੋਣੀ ਚਾਹੀਦੀ ਸੀ ਉਹ ਇਸ ਮਾਮਲੇ 'ਚ ਹੁੰਦੀ ਦਿਖੀ ਨਹੀਂ, ਤਾਂ ਹੀ 3 ਸਾਲ ਦਾ ਮਾਮਲਾ ਲਟਕ ਰਿਹਾ ਨਾ, ਤਾਂ ਹੀ 3 ਸਾਲ ਦਾ ਮਾਮਲਾ ਪੈਂਡਿੰਗ ਹੈ, ਇਹਦੇ ਤੇ ਕਲੈਰਿਟੀ ਨਹੀਂ ਆਈ। ਸੋ ਹੁਣ ਦੇਖਦੇ ਹਾਂ ਬਾਕੀ ਕਿ ਬੀਬੀ ਮਨੀਸ਼ਾ ਗੁਲਾਟੀ ਜੀ ਅਗਰ 1-2 ਦਿਨ 'ਚ ਜਵਾਬ ਨਹੀਂ ਆਉਂਦਾ ਤੇ ਫਿਰ ਕੀ ਬੀਬੀ ਮਨੀਸ਼ਾ ਗੁਲਾਟੀ ਜੀ ਦੁਬਾਰਾ ਚਿੱਠੀ ਲਿਖਣਗੇ ਜਾਂ ਨਹੀਂ ਹੋਈ ਲਿਖਣਗੇ, ਇਹ ਵੀ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਬੀਬੀ ਮਨੀਸ਼ਾ ਗੁਲਾਟੀ ਜੀ ਬੜੇ ਜੁਝਾਰੂ ਚੇਅਰਪਰਸਨ ਨੇ, ਜਿੱਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ, ਖੂਬ ਜੋਸ਼ ਤੇ ਜਜ਼ਬਾ ਉਹਨਾਂ ਨੇ ਦਿਖਾਇਆ। ਸੋ ਮੈਨੂੰ ਆਸ ਹੈ ਕਿ ਇਸ ਮਾਮਲੇ ਨੂੰ ਉਹ ਮੁਕਾਮ ਤੇ ਲੈ ਕੇ ਜਾਣਗੇ। ਧਰਨਾ ਭਾਵੇਂ ਉਹ ਨਾ ਮਾਰਨ, ਪਰ ਇਸ ਮਾਮਲੇ 'ਚ ਜਿਹੜੀ ਬਣਦੀ ਕਾਰਵਾਈ ਹੈ ਉਹ ਬੀਬੀ ਮਨੀਸ਼ਾ ਗੁਲਾਟੀ ਉਹਨਾਂ ਨੂੰ ਜ਼ਰੂਰ ਕਰਨੀ ਪੈਣੀ ਹੈ, ਕਿਉਂਕਿ ਇੱਥੇ ਜਿਹੜਾ ਪੂਰਾ ਵਿਮਨ ਕਮਿਸ਼ਨ ਹੈ, ਪੂਰੇ ਪੰਜਾਬ ਦੀਆਂ ਨਜ਼ਰਾਂ ਵਿਮਨ ਕਮਿਸ਼ਨ ਵਾਲੇ ਪਾਸੇ ਹੈ। ਇੱਕ ਸਾਡੇ ਵਿਅਕਤੀ ਦੀਆਂ, ਪੰਜਾਬ ਦੇ ਨਾਗਰਿਕ ਦੀ ਨਜ਼ਰ ਇਸ ਵਕਤ ਵਿਮਨ ਕਮਿਸ਼ਨ ਵਰਗੇ ਹੈ ਵੱਲ ਹੈ ਕਿ ਪੰਜਾਬ ਦੀ ਵਿਮਨ ਕਮਿਸ਼ਨ ਇੱਕ ਮੰਤਰੀ ਦੇ ਮਾਮਲੇ ਦੇ ਵਿੱਚ ਕੀ ਆਪਣੀ ਭੂਮਿਕਾ ਅਦਾ ਕਰਦੀ ਹੈ। ਸੋ ਇਹ ਬੜਾ ਜ਼ਰੂਰੀ ਹੈ। ਔਰ ਹੁਣ ਇਹ ਵੀ ਦੇਖਾਂਗੇ ਕਿ ਚਰਨਜੀਤ ਚੰਨੀ ਹੋਣੀ ਇਸ ਮਾਮਲੇ 'ਚ ਕੀ ਕਰਦੇ ਨੇ। ਪਹਿਲਾਂ ਜੇ ਸੁਣਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਰੱਖਣੀ ਸੀ, ਕੋਈ ਸਪਸ਼ਟੀਕਰਨ ਦੇਣਾ ਸੀ, ਪਰ ਉਹਨਾਂ ਨੂੰ ਪਤਾ ਲੱਗਿਆ ਕਿ ਹਾਈ ਕਮਾਂਡ ਦਾ ਫੋਨ ਆ ਗਿਆ। ਹੁਣ ਹਾਈ ਕਮਾਂਡ ਤੋਂ ਤਾਂ ਹਰੀਸ਼ ਰਾਵਤ ਸਾਹਿਬ ਵੀ ਨਹੀਂ ਆਏ, ਕਿਉਂਕਿ ਪਹਿਲਾਂ ਇਹ ਸਾਰੇ ਕਹਿੰਦੇ ਸੀ ਮੰਤਰੀ ਕਿ ਹਾਈ ਕਮਾਂਡ ਦਾ ਫੋਨ ਆ ਗਿਆ। ਪ੍ਰਤਾਪ ਬਾਜਵਾ ਜੀ ਕਹਿ ਰਹੇ ਸੀ ਕਿ ਹੁਣ ਜਿਹੜੀ ਹਾਈ ਕਮਾਂਡ ਹੈ ਇਹ ਮਸਲੇ ਨੂੰ ਨਿਪਟਾਊਗੀ। ਹਜੇ ਤੱਕ ਤਾਂ ਕਿਸੇ ਕਾਂਗਰਸ ਦੀ ਹਾਈ ਕਮਾਂਡ ਦਾ ਦਖਲ ਨਜ਼ਰ ਨਹੀਂ ਆਇਆ, ਕੋਈ ਆਬਜ਼ਰਵਰ ਆਇਆ ਹਜੇ ਤੱਕ ਨਜ਼ਰ ਨਹੀਂ ਆਇਆ। ਜਦੋਂ ਆਊਗਾ ਉਦੋਂ ਆਊਗਾ। ਪਰ ਇਹ ਜਿਹੜਾ ਮਾਮਲਾ ਹੈ ਚਰਨਜੀਤ ਚੰਨੀ ਹੋਣਾ ਦਾ, ਇਹਦਾ ਹਾਈ ਕਮਾਂਡ ਨਾਲ ਕੋਈ ਸਬੰਧ ਨਹੀਂ। ਇਹ ਪੰਜਾਬ ਸਰਕਾਰ ਲਈ ਸ਼ੁੱਧ ਕਾਨੂੰਨੀ ਮਸਲਾ ਹੈ। ਸੋ ਵਿਨੀ ਮਹਾਜਨ ਜਿਹੜੇ ਮੁੱਖ ਸਕੱਤਰ ਨੇ, ਉਹਨਾਂ ਵੱਲ ਵੀ ਜਿਹੜਾ ਸਵਾਲ ਹੈ ਉਹ ਇਸ ਰੂਪ 'ਚ ਜਾਂਦਾ ਹੈ ਕਿ ਵਿਨੀ ਮਹਾਜਨ ਇੱਕ ਔਰਤ ਨੇ, ਉਹਨਾਂ ਕੋਲੇ ਵਿਮਨ ਕਮਿਸ਼ਨ ਨੇ ਚਿੱਠੀ ਪਾਈ ਹੈ। ਵਿਨੀ ਮਹਾਜਨ ਉਹਨਾਂ ਨੇ ਕੀ ਹੁਣ ਤੱਕ ਰਿਪੋਰਟ, ਜਾਂਚ ਹੈ ਜਿਹੜੀ ਕੀਤੀ ਮਾਮਲੇ ਦੀ, ਕੋਈ ਉਹਦੇ 'ਚ ਪ੍ਰਗਤੀ ਰਿਪੋਰਟ ਬਣਾਈ,
ਜਾਂ ਇਹ ਮੰਨ ਲਈਏ ਵੀ ਜਿਹੜੇ ਮੁੱਖ ਸਕੱਤਰ ਹੁੰਦੇ ਨੇ ਉਹ ਮੁੱਖ ਮੰਤਰੀ ਦੀ ਮਰਜ਼ੀ ਬਿਨਾਂ ਕੰਮ ਨਹੀਂ ਕਰਦੇ, ਜਾਂ ਤਾਂ ਇਹ ਮੰਨ ਲਈਏ ਕਿ ਇਸ ਤਰੀਕੇ ਦੀ ਅਗਰ ਕਿਸੇ ਔਰਤ ਬਾਰੇ ਵੀ ਕੋਈ ਸ਼ਿਕਾਇਤ ਜਾਂਦੀ ਹੈ ਜਾਂ ਵਿਮਨ ਕਮਿਸ਼ਨ ਕਿਸੇ ਔਰਤ ਦੇ ਮਸਲੇ ਬਾਰੇ ਵੀ ਮੁੱਖ ਸਕੱਤਰ ਤੋਂ ਜਵਾਬ ਮੰਗਦਾ ਹੈ, ਤਾਂ ਕੀ ਉਹ ਮੁੱਖ ਸਕੱਤਰ ਭਾਵੇਂ ਔਰਤ ਹੋਵੇ ਉਹ ਇੱਕ ਮਰਦ ਮੁੱਖ ਮੰਤਰੀ ਤੋਂ ਪੁੱਛ ਕੇ ਰਿਪੋਰਟ ਆਪਣੀ ਤਿਆਰ ਕਰੇਗੀ? ਸਵਾਲ ਇਹ ਵੀ ਜਾਂਦਾ ਹੈ। ਕਿਉਂਕਿ ਜਦੋਂ ਦਿੱਲੀ ਦੇ ਵਿੱਚ ਮਾਮਲਾ ਵਾਪਰਿਆ ਸੀ, ਸਾਨੂੰ ਸਾਰਿਆਂ ਨੂੰ ਪਤਾ ਹੈ, ਉਦੋਂ ਜਸਟਿਸ ਕਪੂਰ ਹੋਣਾ ਦੀਆਂ ਰਿਕਮੈਂਡੇਸ਼ਨਸ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਕਈ ਨਵੀਆਂ ਗਾਈਡਲਾਈਨਸ ਤੈਅ ਕੀਤੀਆਂ ਗਈਆਂ ਸੀ ਕਿ ਇਸ ਤਰ੍ਹਾਂ ਦੇ ਮਾਮਲੇ ਨੂੰ ਸਰਕਾਰਾਂ ਕਿਵੇਂ ਨਜਿੱਠਣਗੀਆਂ। ਪਰ ਜਦੋਂ ਮਾਮਲੇ ਵਿਦਿਨ ਦੀ ਗਵਰਨਮੈਂਟ ਨੇ, ਭਾਵੇਂ ਹੈਰੈਸਮੈਂਟ ਦਾ ਮਾਮਲਾ ਹੈ, ਭਾਵੇਂ ਕਿਸੇ ਬਾਰੇ ਗਲਤ ਸ਼ਬਦ ਵਰਤਣ ਦਾ ਮਾਮਲਾ ਹੈ, ਭਾਵੇਂ ਕਿਸੇ ਨੂੰ ਆਬਜੈਕਸ਼ਨੇਬਲ ਸੁਨੇਹਾ ਭੇਜਣ ਦਾ ਮਾਮਲਾ ਹੈ, ਕਿਸੇ ਵੀ ਤਰ੍ਹਾਂ ਦਾ ਮਾਮਲਾ ਹੋਵੇ, ਭਾਵੇਂ ਉਸ ਤੋਂ ਵੀ ਅੱਗੇ ਵੱਧ ਕੇ ਕਿਸੇ ਨੂੰ ਫਿਜ਼ੀਕਲੀ ਹਰਾਸਮੈਂਟ ਕਰਨ ਦਾ ਮਾਮਲਾ ਹੈ, ਕਿਸੇ ਨੂੰ ਅਬਿਊਜ਼ ਕਰਨ ਦਾ ਮਾਮਲਾ ਹੈ, ਜਾਂ ਕਿਸੇ ਨੂੰ ਗਲਤ ਢੰਗ ਦੇ ਨਾਲ ਛੂਹਣ ਦਾ ਮਾਮਲਾ, ਇਹ ਸਾਰੇ ਮਾਮਲਿਆਂ ਦੇ ਲਈ ਕਪੂਰ ਕਮੇਟੀ ਦੀਆਂ ਸਿਫਾਰਿਸ਼ਾਂ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਬਣੀਆਂ ਸੀ ਔਰ ਸਰਕਾਰਾਂ ਨੇ ਉਹ ਜਿਹੜੀਆਂ ਰਿਕਮੈਂਡੇਸ਼ਨਸ ਨੇ ਉਹ ਪੂਰੇ ਮੁਲਕ 'ਚ ਲਾਗੂ ਕਰਾਉਣੀਆਂ ਸੀ। ਸੋ ਸਵਾਲ ਇਹ ਹੈ ਇੱਥੇ ਤਾਂ ਜਿਹੜੀ ਵਿਮਨ ਕਮਿਸ਼ਨ ਹੈ ਉਹ ਪੁੱਛ ਰਹੀ ਹੈ ਚੀਫ ਸੈਕਟਰੀ ਤੋਂ ਵੀ ਉਹ ਉਸ ਮਾਮਲੇ ਦਾ ਕੀ ਬਣਿਆ, ਤੇ ਉਸ ਮਾਮਲੇ ਤੇ ਢਿੱਲ ਮੱਠ ਵਰਤੀ ਜਾ ਰਹੀ ਹੈ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ 3 ਸਾਲ ਪੁਰਾਣਾ ਹੈ। ਸ਼ਾਇਦ ਇਸੇ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਦਾ ਜਿਹੜਾ ਜੁਰਮ ਕਰਨ ਵਾਲੇ ਜਿਹੜੇ ਲੋਕ ਨੇ, ਕੋਈ ਵੀ ਹਜੇ ਇਸ ਮਾਮਲੇ 'ਚ ਕੋਈ ਦੋਸ਼ੀ ਨਹੀਂ, ਇਸ ਮਾਮਲੇ 'ਚ ਨਾ ਮੰਤਰੀ ਦੋਸ਼ੀ ਹੈ ਤੇ ਨਾ ਕੋਈ ਹੋਰ ਦੋਸ਼ੀ ਹੈ। ਮੈਂ ਸਧਾਰਨ ਗੱਲ ਕਰਦਾ ਕਿ ਇਸੇ ਕਰਕੇ ਇਸ ਤਰ੍ਹਾਂ ਦੇ ਜਿਹੜੇ ਜੁਰਮ ਕਰਨ ਵਾਲੇ ਲੋਕ ਹੈ ਉਹਨਾਂ ਦੇ ਹੌਸਲੇ ਵੱਧ ਜਾਂਦੇ ਨੇ ਤੇ ਔਰਤਾਂ ਦੇ ਲਈ ਬੜਾ ਔਖਾ ਹੋ ਜਾਂਦਾ ਹੈ ਆਪਣੇ ਸੰਘਰਸ਼ ਦੀ ਲੜਾਈ ਲੜਨਾ ਵੀ। ਸੋ ਇਹ ਬਹੁਤ ਜਿਹੜਾ ਇਹ ਮਾਮਲਾ ਹੈ ਮੈਨੂੰ ਲੱਗਦਾ ਇਹ ਬਹੁਤ ਹਾਈ ਇੰਪੋਰਟੈਂਸ ਦਾ। ਔਰ ਮੈਂ ਤਾਂ ਇਹ ਵੀ ਚਾਹੂੰਗਾ ਕਿ ਵਿਮਨ ਕਮਿਸ਼ਨ ਦੇ ਰੋਲ ਤੋਂ ਬਾਅਦ, ਸਰਕਾਰ ਦੀ ਭੂਮਿਕਾ ਤੋਂ ਬਾਅਦ ਸਾਡੇ ਅਗਰ ਕੋਈ ਜਾਗਰੂਕ ਵਕੀਲ ਨੇ ਜਾਂ ਕੋਈ ਸਾਬਕਾ ਜਸਟਿਸ ਨੇ ਜਾਂ ਸਾਡੀ ਕੋਈ ਹਾਈ ਕੋਰਟ ਹੈ ਜਾਂ ਸੁਪਰੀਮ ਕੋਰਟ ਹੈ, ਉਹਨੂੰ ਸੂ ਮੋਟੋ ਲੈ ਲੈਣਾ ਚਾਹੀਦਾ ਇਸ ਮਾਮਲੇ ਦਾ ਕਿ ਹਾਈ ਕੋਰਟ ਹੀ ਸੂ ਮੋਟੋ ਲੈ ਲੇ ਪੰਜਾਬ ਸਰਕਾਰ ਨੂੰ ਵੀ ਵਿਮਨ ਕਮਿਸ਼ਨ ਨੇ ਤੁਹਾਨੂੰ 7 ਦਿਨਾਂ 'ਚ ਰਿਪੋਰਟ ਮੰਗੀ ਹੈ, ਕੀ ਮਾਮਲਾ ਹੈ, ਸਾਨੂੰ ਵੀ ਉਹਦੀ ਜਾਣਕਾਰੀ ਹੈ ਜਿਹੜੀ ਦਿੱਤੀ ਜਾਵੇ। ਜਾਂ ਸਾਡੇ ਕੋਈ ਜਾਗਰੂਕ ਵਕੀਲ ਨੇ ਸਾਡੀ ਸੁਸਾਇਟੀ 'ਚ, ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਜਾ ਸਕਦੇ ਨੇ। ਪਬਲਿਕ ਇੰਟਰਸਟ ਲਿਟੀਗੇਸ਼ਨ ਇਹਦੇ ਚਲਾਈ ਜਾ ਸਕਦੀ ਹੈ ਕਿ ਅਸੀਂ ਕਿਸੇ ਦਾ ਨਾਮ ਨਹੀਂ ਡਿਸਕਲੋਜ਼ ਕਰਨਾ ਚਾਹੁੰਦੇ ਕਿ ਕਿਹੜੇ ਅਫਸਰ ਦੇ ਨਾਲ ਇਹ ਜਿਹੜਾ ਹੈਗਾ ਇਹ ਰੇੜਕਾ ਚੱਲ ਰਿਹਾ ਚੰਨੀ ਸਾਹਿਬ ਦਾ, ਪਰ ਹਾਈ ਕੋਰਟ ਦੇ ਵਿੱਚ ਕੋਈ ਵਕੀਲ ਇਸ ਮਾਮਲੇ ਤੇ ਜਾ ਸਕਦਾ ਹੈ ਕਿ ਘੱਟੋ ਘੱਟ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਕਿ ਇਸ ਮਾਮਲੇ 'ਚ ਸੱਚ ਕੀ ਆ ਉਹਨੂੰ ਸਾਰਵਜਨਿਕ ਕੀਤਾ ਜਾਵੇ। ਇਹ ਮਾਮਲੇ ਜਿਹੜੇ ਨੇ ਇਹ ਐਡੇ ਛੋਟੇ ਮਾਮਲੇ ਨਹੀਂ ਹੈ ਕਿ ਇਹਨਾਂ ਨੂੰ ਇਸ ਤਰੀਕੇ ਨਾਲ ਦਬਾਇਆ ਜਾਵੇ ਕਿ ਜਿਹਦੇ ਨਾਲ ਸੁਸਾਇਟੀ ਤੇ ਸਰਕਾਰ ਦੀ ਇਮੇਜ ਦਾ ਵੀ ਜਿਹੜਾ ਹੈਗਾ, ਸਰਕਾਰ ਦੀ ਇਮੇਜ ਤੇ ਵੀ ਕੁਐਸਚਨ ਖੜਾ ਹੋ ਰਿਹਾ ਕਿ ਸਰਕਾਰ ਕਿਵੇਂ ਕੰਮ ਕਰ ਰਹੀ ਹੈ। ਮੈਂ ਪਹਿਲਾਂ ਵੀ ਤੁਹਾਨੂੰ ਉਹੀ ਗੱਲ ਕਹੀ ਹੈ ਨਾ, ਇਸੇ ਕਰਕੇ ਤਾਂ ਦੇਖੋ ਬਰਗਾੜੀ ਦੀ ਜਾਂਚ, ਕੋਟਕਪੂਰੇ ਦੀ ਜਾਂਚ, ਸਿੱਟਾਂ ਤੇ ਭਰੋਸਾ ਕਿਉਂ ਨਹੀਂ, ਕਿਉਂਕਿ ਸਰਕਾਰਾਂ ਸ਼ਾਇਦ ਆਪਣੇ ਆਪ ਤੇ ਆਪ ਸਵਾਲ ਖੜੇ ਕਰਾ ਰਹੀਆਂ ਨੇ। ਔਰ ਫਿਰ ਕਈ ਵਾਰੀ ਇਹ ਨਿੰਦਦੇ ਨੇ ਨਵਜੋਤ ਸਿੰਘ ਸਿੱਧੂ ਨੂੰ, ਹਾਲਾਂਕਿ ਇਸ ਮਾਮਲੇ ਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਨਹੀਂ ਕੀਤਾ। ਔਰ ਮੈਂ ਦੇਖੋ ਇਹ ਨਵਜੋਤ ਸਿੰਘ ਸਿੱਧੂ ਦਾ ਵੀ ਫਰਜ਼ ਬਣਦਾ ਹੁਣ ਕਿ ਇਸ ਤਰੀਕੇ ਦੇ ਮਾਮਲੇ ਤੇ ਵੀ ਨਵਜੋਤ ਸਿੰਘ ਸਿੱਧੂ ਟਵੀਟ ਕਰਨ, ਕੱਲੇ ਕੈਪਟਨ ਅਮਰਿੰਦਰ ਦੇ ਮਾਮਲੇ ਤੇ ਨਹੀਂ ਟਵੀਟ ਹੋਣੇ ਚਾਹੀਦੇ। ਚਰਨਜੀਤ ਚੰਨੀ ਵੀ ਇੱਕ ਮੰਤਰੀ ਹੈ ਔਰ ਨਵਜੋਤ ਸਿੰਘ ਸਿੱਧੂ, ਜਦੋਂ ਗੱਲ ਇਨਸਾਫ ਦੀ ਆਉਂਦੀ ਕਿਸੇ ਦੀ ਧਿਰ ਦੇ ਲਈ ਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਇੱਕ ਟਵੀਟ ਕਰਨਾ ਚਾਹੀਦਾ, ਭਾਵੇਂ ਉਹ ਵਿਮਨ ਕਮਿਸ਼ਨ ਨੂੰ ਟਵੀਟ ਕਰਕੇ ਹੌਸਲਾ ਦੇ ਦੇਣ ਕਿ ਬੀਬੀ ਮਨੀਸ਼ਾ ਗੁਲਾਟੀ ਨੂੰ ਕਿ ਸਾਰਾ ਪੰਜਾਬ ਤੁਹਾਡੇ ਵੱਲ ਦੇਖ ਰਿਹਾ, ਅਸੀਂ ਵੀ ਤੁਹਾਡੇ ਵੱਲ ਦੇਖ ਰਹੇ ਹਾਂ। ਸੋ ਇਹ ਬਹੁਤ ਵੱਡਾ ਮਾਮਲਾ ਸੁਖਬੀਰ ਜੀ ਪੰਜਾਬ 'ਚ ਬਣਿਆ ਹੋਇਆ ਜਿਹਦੇ ਤੇ ਸਾਰਿਆਂ ਦੀ ਨਜ਼ਰ ਹੈ। ਹਾਂਜੀ ਬਿਲਕੁਲ, ਜਵਾਬ ਦਾ ਇੰਤਜ਼ਾਰ ਤੇ ਹੈ ਹੀ। ਨਾਲ ਤੁਸੀਂ ਗੱਲ ਕੀਤੀ ਚਰਨਜੀਤ ਚੰਨੀ ਦੀ, ਤੇ ਚੰਨੀ ਦੀ ਕੱਲ ਪ੍ਰਗਟ ਸਿੰਘ ਦੇ ਨਾਲ ਮੀਟਿੰਗ ਹੋਈ ਆ, ਉਹ ਤੋਂ ਪ੍ਰਗਟ ਸਿੰਘ ਦੇ ਬਿਆਨ ਵੀ ਆਏ ਨੇ, ਤੇ ਇਹਨਾਂ ਦੇ ਬਾਰੇ ਕੀ ਵਿਚਾਰ ਹੈ, ਅੱਗੇ ਕਿਸ ਰੁਖ ਬੈਠ ਸਕਦੀ ਹੈ ਗੱਲਬਾਤ? ਦੇਖੋ ਪ੍ਰਗਟ ਸਿੰਘ ਉਹਨਾਂ ਨੇ ਇਹ ਦੱਸਿਆ, ਕਿਉਂਕਿ ਜਦੋਂ ਪ੍ਰਗਟ ਸਿੰਘ ਉਹਨਾਂ ਨੇ ਇਹ ਦੱਸਿਆ ਕਿ ਮੁਲਾਕਾਤ ਹੋਈ ਹੈ ਚਰਨਜੀਤ ਚੰਨੀ ਉਹਨਾਂ ਦੇ ਨਾਲ, ਪਰ ਪ੍ਰਗਟ ਸਿੰਘ ਨੇ ਮਜ਼ਮੂਨ ਨਹੀਂ ਦੱਸਿਆ। ਮੈਨੂੰ ਬਹੁਤ ਸੰਭਾਵਨਾ ਲੱਗਦੀ ਹੈ ਕਿ ਚਰਨਜੀਤ ਚੰਨੀ ਹੋਣੀ ਪ੍ਰਗਟ ਸਿੰਘ ਕੋਲੇ ਜਦੋਂ ਗਏ ਜਾਂ ਆਪਸ ਦੋਨੇ ਲੀਡਰ ਕਿਤੇ ਮਿਲੇ ਤੇ ਗੱਲ ਚਰਨਜੀਤ ਚੰਨੀ ਉਹਨਾਂ ਨੇ ਇਹੀ ਕੀਤੀ ਹੋਣੀ ਹੈ ਵੀ ਇਹ ਮਾਮਲਾ ਹੈ ਵੀ ਇਸ ਮਾਮਲੇ ਤੇ ਜੋ ਵੀ ਆਪਸ 'ਚ ਦੋ ਵਿਧਾਇਕ ਜਾਂ ਇੱਕ ਮੰਤਰੀ ਤੇ ਵਿਧਾਇਕ ਜਾਂ ਹਮ ਖਿਆਲੀ ਲੋਕ ਆਪਸ 'ਚ ਗੱਲ ਕਰਦੇ ਨੇ, ਔਰ ਉਹਨਾਂ ਨੇ ਇਹ ਵੀ ਗੱਲ ਕੀਤੀ ਹੋਣੀ ਹੈ ਵੀ ਹਾਈ ਕਮਾਂਡ ਦਾ ਦਖਲ ਹੈ ਜਿਹੜਾ ਕਿਸ ਰੂਪ 'ਚ ਹੈ। ਉਹਨਾਂ ਨੇ ਗੱਲ ਕੀਤੀ ਹੋਣੀ ਹੈ ਵੀ ਹਾਈ ਕਮਾਂਡ ਨੇ ਮੇਰੇ ਤੋਂ ਪੁੱਛਿਆ ਤੇ ਮੈਂ ਹਾਈ ਕਮਾਂਡ ਨੂੰ ਆਹ ਦੱਸਿਆ। ਇਸ ਕਰਕੇ ਚਰਨਜੀਤ ਚੰਨੀ ਉਹਨਾਂ ਨੇ ਵੀ ਆਪਣੀ ਪੋਜੀਸ਼ਨ ਰੱਖੀ ਹੋਣੀ ਹੈ। ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਚਰਨਜੀਤ ਚੰਨੀ ਉਹਨਾਂ ਨੂੰ ਜ਼ਰੂਰ ਆਪਣੀ ਪੋਜੀਸ਼ਨ ਸਪਸ਼ਟ ਕਰਨੀ ਚਾਹੀਦੀ ਹੈ। ਅਗਰ ਹਾਈ ਕਮਾਂਡ ਨੇ ਚਰਨਜੀਤ ਚੰਨੀ ਨੂੰ ਰੋਕਤਾ ਵੀ ਇਸ ਮਸਲੇ ਤੇ ਤੁਸੀਂ ਆਪਣਾ ਪੱਖ ਨਾ ਰੱਖੋ, ਤੇ ਚਰਨਜੀਤ ਚੰਨੀ ਹਾਈ ਕਮਾਂਡ ਨੂੰ ਵੀ ਅਲਟੀਮੇਟਮ ਦੇਣ ਕਿ ਮੈਂ ਇਸ ਮਸਲੇ ਤੇ ਆਪਣਾ ਪੱਖ ਰੱਖਣਾ ਚਾਹੁੰਦਾ।
ਤੇ ਚਰਨਜੀਤ ਚੰਨੀ ਅਗਰ ਆਪਣਾ ਪੱਖ ਰੱਖਣਾ ਚਾਹਣ, ਚਰਨਜੀਤ ਚੰਨੀ ਵੀ ਆਪਣਾ ਪੱਖ ਰੱਖ ਸਕਦੇ ਨੇ। ਸਾਨੂੰ ਕਿਸੇ ਦੇ ਪੱਖ ਰੱਖਣ, ਦੇਖੋ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿ ਰਹੇ। ਹੋ ਸਕਦਾ ਹੈ, ਇਹ ਰਿਪੋਰਟ ਤੋਂ ਪਤਾ ਲੱਗਣਾ ਹੈ, ਹੋ ਸਕਦਾ ਹੈ ਸੁਖਬੀਰ ਜੀ ਕੋਈ ਮਾਮਲਾ ਹੀ ਨਾ ਹੋਵੇ, ਇਹ ਹਵਾਈ ਗੱਲਾਂ ਹੋਣ। ਸਾਡੇ ਮੁਲਕ 'ਚ ਹਵਾਈ ਗੱਲਾਂ ਵੀ ਬਹੁਤ ਹੁੰਦੀਆਂ ਨੇ। ਹੋ ਸਕਦਾ ਕਿਸੇ ਨੇ ਚਰਚਾਵਾਂ ਦੇ ਆਧਾਰ ਤੇ ਅਖਬਾਰ 'ਚ ਖਬਰ ਚਲਾਤੀ ਹੋ, ਖਬਰ ਛਾਪਤੀ ਹੋਵੇ। ਅਗਰ ਕਿਸੇ ਨੇ ਚਰਚਾ ਦੇ ਆਧਾਰ ਤੇ ਅਖਬਾਰ 'ਚ ਖਬਰ ਛਾਪਤੀ, 2.5-3 ਸਾਲ ਪਹਿਲਾਂ ਵੀ ਇਹ ਖਬਰਾਂ ਉੱਠੀਆਂ ਸੀ, ਕੋਈ ਤਾਂ ਸਰਕਾਰ ਨੇ ਕਾਰਵਾਈ ਕੀਤੀ ਹੋਵੇ, ਸਰਕਾਰ ਨੇ ਅਖਬਾਰ ਨੂੰ ਚਿੱਠੀ ਲਿਖੀ ਹੋਵੇ ਵੀ ਤੁਸੀਂ ਗਲਤ ਖਬਰ ਛਾਪ ਰਹੇ ਹੋ। ਸਾਡੇ ਮਹਿਕਮੇ 'ਚ ਤਾਂ ਕੋਈ ਇਹੋ ਜਿਹਾ ਮਸਲਾ ਹੀ ਨਹੀਂ, ਕੋਈ ਸ਼ਿਕਾਇਤ ਹੀ ਹੈ ਨਹੀਂ। ਮੈਂ ਬਾਰ-ਬਾਰ ਕਹਿੰਦਾ, ਦੋ ਮਸਲੇ ਹੋ ਸਕਦੇ ਚਰਨਜੀਤ ਚੰਨੀ ਦੇ ਮਾਮਲੇ 'ਚ। ਜਾਂ ਤਾਂ ਚਰਨਜੀਤ ਚੰਨੀ ਦੇ ਮਾਮਲੇ 'ਚ ਕੁਝ ਹੈ ਜਾਂ ਨਹੀਂ ਹੈ, ਇਹ ਸਰਕਾਰ ਨੇ ਦੱਸਣਾ ਹੈ ਵੀ ਇਹ ਕੋਈ ਮਾਮਲਾ ਸੀ ਜਾਂ ਨਹੀਂ ਸੀ। ਜੇ ਸੀ ਤਾਂ ਕੀ ਸ਼ਿਕਾਇਤ ਆਈ ਸੀ, ਉਹਦੇ ਤੇ ਕਾਰਵਾਈ ਹੋਈ। ਜੇ ਮਾਮਲਾ ਨਹੀਂ ਸੀ, ਫਿਰ ਤਾਂ ਸ਼ਿਕਾਇਤ ਦਾ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਕ ਇਹ ਹੋ ਸਕਦਾ ਵੀ ਮਾਮਲਾ ਸੀ, ਸ਼ਿਕਾਇਤ ਵੀ ਆਈ ਸੀ ਤੇ ਉਹ ਸਹਿਮਤੀ ਨਾਲ ਨਿਬੜ ਗਿਆ, ਤਾਂ ਵੀ ਠੀਕ ਹੈ। ਅਗਰ ਕਿਸੇ ਇਨਸਾਨ ਨੇ ਆਪਣੀ ਗਲਤੀ ਸਵੀਕਾਰ ਲਈ ਔਰ ਦੂਸਰੀ ਧਿਰ ਉਹਨੂੰ ਮਾਫ ਕਰ ਗਈ, ਉਹਨਾਂ ਦੀ ਆਪਸੀ ਸਹਿਮਤੀ ਨਾਲ ਮਸਲਾ ਖਤਮ ਹੋ ਗਿਆ, ਤਾਂ ਵੀ ਠੀਕ ਹੈ, ਤਾਂ ਵੀ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਸਰਕਾਰ ਲੁਕੋ ਰਹੀ ਹੈ। ਸੋ ਹੁਣ ਪ੍ਰਗਟ ਸਿੰਘ ਨੇ ਇਹ ਗੱਲ ਕੀਤੀ, ਉਹ ਕਹਿੰਦੇ ਇਹ ਤਾਂ ਚੰਨੀ ਦਾ ਮਾਮਲਾ ਹੈ ਵੀ ਚਰਨਜੀਤ ਚੰਨੀ ਹੁਣੇ ਸਾਡੇ ਨਾਲ ਪੋਲੀਟੀਕਲ ਮਸਲੇ ਦੇ ਉੱਤੇ ਸਾਡੀਆਂ ਵਿਚਾਰਾਂ ਹੋਈਆਂ ਨੇ। ਚਰਨਜੀਤ ਚੰਨੀ ਨੇ, ਪ੍ਰਗਟ ਸਿੰਘ ਨੇ ਚਰਨਜੀਤ ਚੰਨੀ ਦੇ ਉਸ ਮਾਮਲੇ ਤੇ ਕੋਈ ਗੱਲ ਨਹੀਂ ਕੀਤੀ। ਉਹ ਕਹਿੰਦੇ ਇਹ ਤਾਂ ਸਾਡਾ ਪੋਲੀਟੀਕਲ, ਅਸੀਂ ਸਲਾਹ ਮਸ਼ਵਰਾ ਜਿਹੜਾ ਕਰਨਾ ਸੀ ਕੀਤਾ ਹੈ, ਉਹ ਅਸੀਂ ਆਪਸ 'ਚ ਕੀਤਾ। ਹੁਣ ਕਈ ਹੋਰ ਗੱਲਾਂ ਉੱਠੀਆਂ, ਚਰਨਜੀਤ ਚੰਨੀ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ। ਚਰਨਜੀਤ ਚੰਨੀ ਨੇ ਕਿਉਂਕਿ ਕੈਪਟਨ ਅਮਰਿੰਦਰ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ, ਕੈਪਟਨ ਅਮਰਿੰਦਰ ਦੀ ਟੀਮ ਮੈਂਬਰ ਤੇ ਇਲਜ਼ਾਮ ਲਾਇਆ ਸੀ। ਚਰਨਜੀਤ ਚੰਨੀ ਨੇ ਨਹੀਂ ਮੋਰਚਾ ਖੋਲ੍ਹਿਆ ਸੀ, ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਸੀ। ਪ੍ਰਗਟ ਸਿੰਘ ਕਹਿੰਦੇ ਵੀ ਮੈਨੂੰ ਕੈਪਟਨ ਅਮਰਿੰਦਰ ਦੀ ਟੀਮ 'ਚੋਂ ਧਮਕੀ ਆਈ ਹੈ। ਅੱਜ ਵੀ ਉਹ ਸਵਾਲ ਆਏ, ਕੈਪਟਨ ਅਮਰਿੰਦਰ ਕਹਿੰਦੇ ਮੈਂ ਜੋ ਪ੍ਰਗਟ ਸਿੰਘ ਕਹਿੰਦੇ ਵੀ ਮੈਂ ਜੋ ਕਿਹਾ ਸੀ ਸੱਚ ਕਿਹਾ ਸੀ ਉਦੋਂ। ਪ੍ਰਗਟ ਸਿੰਘ ਅੱਜ ਵੀ ਆਪਣੇ ਬਿਆਨਾਂ ਤੇ ਕਾਇਮ ਹੈ, ਕਹਿੰਦੇ ਜੋ ਮੈਂ ਕਿਹਾ ਸੀ ਮੈਂ ਠੀਕ ਕਿਹਾ ਸੀ, ਮੈਂ ਕਹਿੰਦੇ ਸ਼ੋਹਰਤ ਲੈਣ ਲਈ ਕੁਝ ਨਹੀਂ ਕਹਿੰਦਾ। ਇਹ ਪ੍ਰਗਟ ਸਿੰਘ ਦਾ ਪੱਖ ਸੀ। ਫਿਰ ਇੱਕ ਕਾਂਗਰਸ ਦੇ ਐਮਐਲਏ ਨੇ ਸੁਰਜੀਤ ਧਮਾਨ ਅਹਿਮਦਗੜ੍ਹ ਤੋਂ, ਉਹਨਾਂ ਦੀ ਟੈਲੀਵਿਜ਼ਨਾਂ ਤੇ ਇੰਟਰਵਿਊ ਆ ਰਹੀ ਸੀ। ਸੁਰਜੀਤ ਧਮਾਨ ਵੀ ਨਾਰਾਜ਼ ਨੇ। ਪ੍ਰਗਟ ਸਿੰਘ ਤੋਂ ਇਹ ਵੀ ਗੱਲ ਪੁੱਛੀ ਗਈ, ਪੱਤਰਕਾਰਾਂ ਨੇ, ਉੱਥੇ ਬਹੁਤ ਸਾਰੇ ਪੱਤਰਕਾਰ ਸੀ, ਉਹਨਾਂ ਨੇ ਪੁੱਛਿਆ ਵੀ ਪ੍ਰਗਟ ਸਿੰਘ ਜੀ, ਕਈ ਸੁਰਜੀਤ ਧਮਾਨ ਨੇ, ਇੱਕ ਅੱਧਾ ਹੋਰ ਵਿਧਾਇਕ ਦਾ ਉਹਨਾਂ ਨੇ ਨਾਂ ਲਿਆ ਵੀ ਉਹ ਨਾਰਾਜ਼ ਨੇ। ਤੇ ਇਹ ਵੀ ਪ੍ਰਗਟ ਸਿੰਘ ਉਹਨਾਂ ਤੋਂ ਪੁੱਛਿਆ ਗਿਆ ਵੀ ਕੀ ਤੁਸੀਂ ਜਿਹੜੇ ਨਾਰਾਜ਼ ਵਿਧਾਇਕ ਹੋ, ਕੀ ਸਰਕਾਰ ਡੇਗ ਸਕਦੇ ਹੋ? ਅਗਰ ਤੁਸੀਂ ਨਾਰਾਜ਼ ਵਿਧਾਇਕ ਹੋ, ਕਿੰਨੇ ਹੋ? 20 ਹੋ, 25 ਹੋ, 30 ਹੋ, 35 ਹੋ, ਅੰਦਾਜ਼ੇ ਕਿੰਨੇ ਨੇ ਵੀ ਕੀ ਤੁਸੀਂ ਸਰਕਾਰ ਵੀ ਡੇਗ ਸਕਦੇ ਹੋ? ਸੋ ਪ੍ਰਗਟ ਸਿੰਘ ਨੇ ਸਪਸ਼ਟ ਤੌਰ ਦੇ ਉੱਤੇ ਪ੍ਰਗਟ ਸਿੰਘ ਨੇ ਇਹੀ ਕਿਹਾ ਕਿ ਸਾਡਾ ਮਕਸਦ ਸਰਕਾਰਾਂ ਡੇਗਣਾ ਨਹੀਂ, ਅਸੀਂ ਤਾਂ ਚਾਹੁੰਦੇ ਹਾਂ ਕਿ ਡਿਸਪਲਿਨ ਆ ਜਾਏ ਸਰਕਾਰਾਂ 'ਚ, ਸਰਕਾਰਾਂ ਸੁਧਰ ਜਾਣ, ਸਹੀ ਰੂਪ 'ਚ ਕੰਮ ਕਰ ਲੈਣ। ਇੱਕ ਵਾਰੀ ਪ੍ਰਗਟ ਸਿੰਘ ਦਾ ਉਹ ਬਿਆਨ ਹੈ, ਉਹਦੀਆਂ ਮੋਟੀਆਂ-ਮੋਟੀਆਂ ਗੱਲਾਂ ਵੀ ਸੁਣ ਲਈਏ, ਬਹੁਤ ਅਹਿਮ ਨੇ। ਦੇਖੋ, ਮੈਂ ਕਹਿੰਦਾ ਵਿਮਨ ਕਮਿਸ਼ਨ ਹੈਗਾ, ਬਟ ਐਟ ਦਾ ਸੇਮ ਟਾਈਮ ਆਪਾਂ ਇੱਕ ਵਿਮਨ ਦਾ ਹੀ ਟਰਾਇਲ ਕਰੀ ਜਾਂਦੇ ਆ। ਯਾਰ ਇਹ ਕਿੰਨੀ ਮਾੜੀ ਗੱਲ ਹੈ। ਦੇਖੋ, ਬਦਕਿਸਮਤੀ ਸਾਡੀ ਕੀ ਆ ਕਿ ਜੇ ਸਾਡੇ ਚੀਫ ਮਿਨਿਸਟਰ ਦੇ ਆਫਿਸ ਦਾ ਜਾਂ ਵਿਮਨ ਕਮਿਸ਼ਨ ਦੀ ਚੇਅਰਪਰਸਨ ਦਾ ਇਹੋ ਜਿਹਾ ਵਤੀਰਾ ਹੈਗਾ, ਕਿਉਂਕਿ ਅਲਟੀਮੇਟਲੀ ਆਪਾਂ ਜਿਹਦੇ ਬਾਰੇ ਗੱਲ ਕਰ ਰਹੇ ਉਹ ਵੀ ਇੱਕ ਲੇਡੀ ਹੈ। ਸੋ ਇਸ ਕਰਕੇ ਮੈਂ ਇਹਦੇ ਤੇ ਬਿਲਕੁਲ ਗੱਲ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ। ਤੁਹਾਡੀ ਮੀਟਿੰਗ ਚੱਲ ਰਹੀ ਹੈ, ਮੀਟਿੰਗ ਹੋਈ ਸੀ, ਕੀ ਗੱਲਬਾਤ ਹੋਈ ਮੀਟਿੰਗ ਦੇ ਵਿੱਚ? ਨਹੀਂ, ਮੀਟਿੰਗ ਦੇ ਵਿੱਚ ਤਾਂ ਕੁਝ ਨਹੀਂ। ਬੇਸਿਕਲੀ ਯਾਰ ਆਪਾਂ ਹਰ ਗੱਲ ਨੂੰ, ਕਿਉਂਕਿ 3-4 ਬੰਦੇ ਤਾਂ ਅੱਗੇ ਵੀ ਹਮੇਸ਼ਾ ਇਕੱਠੇ ਹੁੰਦੇ ਰਹੇ, ਪਰ ਹੁਣ ਜਦੋਂ ਇਕੱਠੇ ਹੋ ਜਾਂਦੇ ਆ ਤੇ ਹੁਣ ਉਹ ਮੀਟਿੰਗ ਦਾ ਆਪਾਂ ਰੂਪ ਧਾਰਨ ਕਰਵਾ ਲੈਂਦੇ ਆ ਵੀ ਹਾਂ ਵੀ ਮੀਟਿੰਗ ਹੋ ਗਈ, ਪਰ ਇਦਾਂ ਦੀ ਕੋਈ ਗੱਲ ਨਹੀਂ ਹੋਈ। ਚੰਨੀ ਜੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ, ਮਨੀਸ਼ਾ ਗੁਲਾਟੀ ਜੀ ਨੇ ਕਿਹਾ ਕਿ ਮੁੱਖ ਮੰਤਰੀ ਦਾ ਫੋਨ ਆਇਆ ਹੈ ਤੇ ਉਹਨਾਂ ਨੇ ਕਿਹਾ ਕਿ ਜਵਾਬ ਦੇਵਾਂਗੇ। ਨਹੀਂ, ਉਹ ਤਾਂ ਚੰਨੀ ਜੀ ਕੋਲੋਂ ਤੁਸੀਂ ਪੁੱਛ ਸਕਦੇ ਆ। ਚੰਨੀ ਜੀ ਮੇਰੇ ਕੋਲ ਆਏ ਜ਼ਰੂਰ ਸੀਗੇ, जस्ट जनरल जी यदि चुनाव जो है कैप्टन की अगुवाई में लड़ा जाएगा तो नुकसान होगा कांग्रेस को, और क्या होगा? प्रगट जी रावत जी होना ने आना सीगा, लेकिन बाद च चर्चा हुई कि शायद जेडे नाराज चल रहे ने वो दिल्ली जा सकते हैं। दिल्ली जे जा रहे हो तो कदों जा रहे हो? यार देखो, मेरा तो बहुत ज़्यादा सहचार है नहीं। रियलिटी ये है कि मेरा तो जिन्ना क हैगा, मैं जो कहना तुहाडे सामने कहना, जो गां भी कहूँगा बिल्कुल तुहानू ठोक बजा के कहूँगा। और क्योंकि देखो मैं वो राजनीति नहीं करता, जे जां अंदर बह के कह होना तुहानू बिल्कुल दसना भी नहीं है, ਤੇ ਜੇ ਫਿਰ ਕੋਈ ਬੰਦਾ ਚੈਲੰਜ ਕਰੇ ਤਾਂ ਤੁਹਾਡੇ ਸਾਰਿਆਂ ਦੇ ਨਾਲ ਬਿਲਕੁਲ ਸਾਹਮਣੇ ਆ ਕੇ ਸਾਫ਼ ਸੁਥਰੇ ਲਫ਼ਜ਼ਾਂ ਦੇ ਵਿੱਚ ਗੱਲ ਕਰੂੰਗਾ।
ਦੇਖੋ ਪੂਰਾ ਬਿਆਨ ਪ੍ਰਗਟ ਸਿੰਘ ਉਹਨਾਂ ਦਾ ਮੈਂ ਸੁਣਾਇਆ। ਸੋ ਪੂਰੀ ਸਿਆਸੀ ਤਸਵੀਰ ਹੈ ਜਿਹੜੀ ਪ੍ਰਗਟ ਸਿੰਘ ਦੇ ਇਹਨਾਂ ਬਿਆਨਾਂ ਤੋਂ ਬਾਅਦ ਸਾਫ਼ ਹੁੰਦੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਭਾਵੇਂ ਦਖਲ ਦੇਤੀ ਹੈ, ਪਰ ਪੰਜਾਬ 'ਚ ਇਸ ਵਕਤ ਜਿਹੜੀ ਕਾਂਗਰਸ ਹੈ ਉਹ ਦੋ ਧੜਿਆਂ 'ਚ ਵੰਡੀ ਗਈ। ਇੱਕ ਪਾਸੇ ਕੈਪਟਨ ਅਮਰਿੰਦਰ ਉਹਨਾਂ ਦਾ ਧੜਾ ਹੈ ਤੇ ਇੱਕ ਪਾਸੇ ਉਹ ਵਿਧਾਇਕ ਨੇ ਜਿਹੜੇ ਨਾਰਾਜ਼ ਨੇ। ਭਾਵੇਂ ਉਹਨਾਂ ਦਾ ਧੜਾ ਦਿਖ ਨਹੀਂ ਰਿਹਾ, ਪਰ ਉਹ ਧੜਾ ਆਪਣੇ ਆਪ ਦੇ ਵਿੱਚ ਬਣ ਰਿਹਾ ਹੈ। ਅਗਰ ਕਾਂਗਰਸ ਦੀ ਹਾਈ ਕਮਾਂਡ ਇਹ ਕਹਿ ਦੇਵੇ, ਇਕੱਲੇ ਇਕੱਲੇ ਐਮਐਲਏ ਨੂੰ ਕਰਕੇ ਪੁੱਛੇ ਵੀ ਤੁਹਾਡਾ ਸਰਕਾਰ ਤੇ ਕੀ ਓਪੀਨੀਅਨ ਹੈ, ਤੁਹਾਡਾ ਸਰਕਾਰ ਤੇ ਕੀ ਓਪੀਨੀਅਨ ਹੈ, ਤਾਂ ਫਿਰ ਇਹ ਜਿਹੜਾ ਧੜਾ ਹੈ ਕਾਂਗਰਸ ਦੀ ਹਾਈ ਕਮਾਂਡ ਨੂੰ ਆਪਣੇ ਹਿਸਾਬ ਨਾਲ ਜਿਹੜੇ ਵਿਧਾਇਕ ਨੇ ਉਹ ਰਾਏ ਦੇਣਗੇ। ਔਰ ਕਾਂਗਰਸ ਦੀ ਹਾਈ ਕਮਾਂਡ ਕੋਲੇ ਜਦੋਂ ਰਿਜ਼ਲਟ ਆਊਗਾ ਵੀ ਕਿਹੜੇ ਸਰਕਾਰ ਤੋਂ ਖੁਸ਼ ਨੇ, ਕਿਹੜੇ ਨਾ ਖੁਸ਼ ਨੇ, ਤੇ ਮੈਨੂੰ ਲੱਗਦਾ ਲਗਭਗ ਬਰਾਬਰ ਗਿਣਤੀ ਹੋ ਜਾਣੀ ਹੈ ਖੁਸ਼ ਹੋਣ ਵਾਲਿਆਂ ਦੀ ਵੀ ਔਰ ਨਾ ਖੁਸ਼ ਹੋਣ ਵਾਲਿਆਂ ਦੀ ਵੀ। ਔਰ ਕਾਂਗਰਸ 'ਚ ਇਸ ਵਕਤ 79 80 ਐਮਐਲਏ ਨੇ। ਸੋ ਇਸ ਵਕਤ ਇਹ ਕਹਿ ਸਕਦੇ ਹਾਂ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਨਾਲ ਅਗਰ ਖੁਸ਼ ਵਿਧਾਇਕਾਂ ਦੀ ਗੱਲ ਕਰ ਲਈਏ ਤੇ ਨਾਰਾਜ਼ਗੀ ਵਾਲਿਆਂ ਦੀ ਗੱਲ ਕਰ ਲਈਏ ਤੇ ਬਰਾਬਰ ਦੇ ਹੀ ਹੋ ਸਕਦੇ ਆ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ। ਸੋ ਕਾਂਗਰਸ ਦੀ ਹਾਈ ਕਮਾਂਡ ਅਗਰ ਕੋਈ ਆਬਜ਼ਰਵਰ ਭੇਜਦੀ ਹੈ, ਜਿਵੇਂ ਪਤਾ ਲੱਗਿਆ ਕਿ ਕੇ.ਸੀ. ਵੇਨੂਗੋਪਾਲ ਹੋਣੀ ਨੇ ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਨੇ, ਕੇਰਲਾ ਤੋਂ ਆਉਂਦੇ ਨੇ, ਕੇਰਲਾ ਦੇ ਵਿੱਚ ਰਾਜ ਸਭਾ ਦੇ ਮੈਂਬਰ ਵੀ ਨੇ, ਸਾਬਕਾ ਮੰਤਰੀ ਵੀ ਰਹੇ ਹੋਏ ਨੇ ਕੇਰਲਾ ਦੇ ਵਿੱਚ। ਸੋ ਉਹਨਾਂ ਨੂੰ ਕਾਂਗਰਸ ਭੇਜ ਸਕਦੀ ਹੈ। ਉਹ ਆਪਣੇ ਨਾਲ ਕਿਸੇ ਹੋਰ ਵੱਡੇ ਕਾਂਗਰਸੀ ਲੀਡਰ ਨੂੰ ਡਿਪਿਊਟ ਕਰ ਸਕਦੇ ਨੇ। ਪੰਜਾਬ 'ਚ ਆ ਕੇ ਉਹ ਕੱਲੇ ਵਿਧਾਇਕਾਂ ਦੀ ਗੱਲ ਸੁਣ ਸਕਦੇ ਨੇ ਕਿ ਸਰਕਾਰ ਤੋਂ ਨਾਰਾਜ਼ਗੀ ਹੈ ਤੇ ਕੀ ਨਾਰਾਜ਼ਗੀ ਹੈ। ਹੁਣ ਜਿਹੜਾ ਮਸਲਾ ਚੱਲ ਰਿਹਾ ਨਾ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ਗੀ ਦਾ ਨਹੀਂ ਚੱਲ ਰਿਹਾ। ਹੁਣ ਮਸਲਾ ਚੱਲ ਰਿਹਾ ਸਰਕਾਰ ਦੀ ਕਾਰਗੁਜ਼ਾਰੀ ਤੋਂ, ਵੀ ਤੁਸੀਂ ਸਰਕਾਰ ਤੋਂ ਕਿੰਨੇ ਕੁ ਖੁਸ਼ ਹੋ, ਕਿੰਨੇ ਕੁ ਨਾ ਖੁਸ਼ ਹੋ। ਕਿਉਂਕਿ ਭਾਵੇਂ ਨਵਜੋਤ ਸਿੰਘ ਸਿੱਧੂ ਹੈ, ਭਾਵੇਂ ਪ੍ਰਗਟ ਸਿੰਘ ਨੇ, ਇਹਨਾਂ ਦਾ ਸਵਾਲ ਕੈਪਟਨ ਅਮਰਿੰਦਰ ਵਾਲੇ ਪਾਸੇ ਨਹੀਂ, ਸਰਕਾਰ ਵਾਲੇ ਪਾਸੇ ਜਾ ਰਿਹਾ। ਤੇ ਸਰਕਾਰ ਦੇ ਮੁਖੀ ਹੋਣ ਕਰਕੇ ਸਵਾਲ ਕੈਪਟਨ ਅਮਰਿੰਦਰ ਵਾਲੇ ਪਾਸੇ ਚਲੇ ਜਾਣੇ ਸੁਭਾਵਿਕ ਹੈ। ਔਰ ਮੈਂ ਹੋਰ ਗੱਲ ਕਰਾਂ ਕਿ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਟਵੀਟ ਕਰਦੇ ਨੇ। ਅੱਜ ਫਿਰ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਟਵੀਟ ਕੀਤਾ। ਨਵਜੋਤ ਸਿੰਘ ਸਿੱਧੂ ਦੇ ਟਵੀਟ ਵੀ ਕੱਲ ਵੀ ਕੀਤਾ ਸ਼ਾਮ ਨੂੰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਵਕਤ ਖੜਾ ਕਰ ਰਹੇ ਨੇ। ਔਰ ਸਿੱਧੂ ਦੇ ਟਵੀਟਾਂ 'ਚ ਵੀ ਉਹੀ ਗੱਲ ਆ ਰਹੀ ਹੈ, ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਹੋ ਰਹੇ ਨੇ, ਕੋਟਕਪੂਰਾ ਮਾਮਲੇ ਤੇ ਸਵਾਲ ਹੋ ਰਹੇ ਨੇ ਵੀ ਇਨਕੁਆਇਰੀ ਕਿਉਂ ਨਹੀਂ ਹੋਈ। ਇਨਕੁਆਇਰੀ ਤਾਂ ਦੇਖੋ ਇੱਕ ਮੰਤਰੀ ਦੇ ਮਾਮਲੇ ਤੇ ਨਹੀਂ ਹੋਈ, ਹਜੇ ਤੱਕ ਪਤਾ ਹੀ ਨਹੀਂ ਉਹਦਾ ਕੀ ਬਣਿਆ। ਸੋ ਕਈ ਗੱਲਾਂ ਨੇ ਜਿਹੜੀਆਂ ਸਰਕਾਰ ਨੂੰ ਕੁਐਸਚਨ 'ਚ ਖੜਾ ਕਰ ਰਹੀਆਂ ਨੇ। ਹੁਣ ਇੰਤਜ਼ਾਰ ਇਸ ਗੱਲ ਦਾ ਹੋ ਰਿਹਾ ਕਿ ਕਦੋਂ ਹਾਈ ਕਮਾਂਡ ਤੋਂ ਕੋਈ ਲੀਡਰ ਆਵੇ ਤੇ ਉਹ ਆਪ ਕੱਲੇ ਰੂਪ ਦੇ ਵਿੱਚ ਵੱਖ-ਵੱਖ ਵਿਧਾਇਕਾਂ ਨਾਲ ਮੁਲਾਕਾਤ ਕਰੇ, ਤੇ ਵਿਧਾਇਕਾਂ ਨਾਲ ਅਗਰ ਉਹ ਮੁਲਾਕਾਤ ਕਰਦਾ ਹੈ ਤੇ ਫਿਰ ਸਰਕਾਰ ਦੀ ਅਸਲ ਤਸਵੀਰ ਹੈ ਜਿਹੜੀ ਪਰਫਾਰਮੈਂਸ ਦੀ, ਉਹ ਪਹੁੰਚੇਗੀ ਹਾਈ ਕਮਾਂਡ ਕੋਲੇ। ਤੇ ਹਾਈ ਕਮਾਂਡ ਵਿਧਾਇਕਾਂ ਦੀ ਫੀਡਬੈਕ ਲੈ ਕੇ ਕੋਈ ਅਗਲਾ ਫੈਸਲਾ ਕਰਨ ਦੀ ਸਥਿਤੀ ਦੇ ਵਿੱਚ ਆਏਗੀ, ਮੈਨੂੰ ਇਹ ਲੱਗਦਾ ਹੈ। ਸੋ ਇਹ ਕਾਂਗਰਸ ਦਾ ਰੇਡ ਹੈ ਜਿਹੜਾ ਮੈਨੂੰ ਲੱਗਦਾ ਇਹ 10-15 ਦਿਨ ਇਸੇ ਤਰ੍ਹਾਂ ਚੱਲਦਾ ਰਹਿਣਾ। ਬਿਲਕੁਲ। ਤੇ ਹੁਣ ਅਸੀਂ ਗੱਲ ਕਰ ਲਈਏ ਕਿਸਾਨ ਅੰਦੋਲਨ ਦੀ, ਜਿੱਥੇ ਕਿਸਾਨ ਲੀਡਰਸ ਨੇ ਉਹਨਾਂ 'ਚ ਫੁੱਟ ਪੈਂਦੀ ਹੋਈ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ। ਡੱਲਾ ਜੀ, ਮੋਦੀ ਨੂੰ ਚਿੱਠੀ ਲਿਖਣ ਦੇ ਮਾਮਲੇ 'ਚ ਕਿਸਾਨਾਂ ਲੀਡਰ 'ਚ ਮਤਭੇਦ ਕਿਉਂ ਸਾਹਮਣੇ ਆ ਰਹੇ ਨੇ? ਦੇਖੋ, ਮੈਂ ਦੇਖ ਰਿਹਾ ਸੀ ਕਿ 26 ਜਨਵਰੀ ਵਾਲੀ ਘਟਨਾ ਜਿਸ ਦਿਨ ਵਾਪਰੀ, ਉਸ ਦਿਨ ਵੀ ਮੈਂ ਦੁਨੀਆ ਦੇ ਵੱਖ-ਵੱਖ ਟੈਲੀਵਿਜ਼ਨਾਂ ਤੇ ਰੇਡੀਓ ਚੈਨਲਾਂ ਤੇ ਬੋਲਿਆ ਸੀ ਕਿ 26 ਜਨਵਰੀ ਦੀ ਘਟਨਾ ਨੇ ਕਿਸਾਨ ਅੰਦੋਲਨ ਦਾ ਰੁਖ ਮੋੜਤਾ ਤੇ ਜਿਹੜਾ ਅੱਖਾਂ ਬੰਦ ਕਰਕੇ ਸਮਰਥਨ ਮਿਲ ਰਿਹਾ ਸੀ ਕਿਸਾਨ ਅੰਦੋਲਨ ਨੂੰ, ਉਹਦੇ 'ਚ ਫਰਕ ਪੈ ਜਾਣਾ। ਦੇਖੋ, ਦੀਪ ਸਿੱਧੂ ਜ਼ਮਾਨਤ ਤੋਂ ਵਾਪਸ ਆ ਗਿਆ। ਹੁਣ ਦੀਪ ਸਿੱਧੂ ਭਾਵੇਂ ਆਪ ਪਿੰਡਾਂ 'ਚ ਜਾ ਪ੍ਰਚਾਰ ਕਰ ਰਿਹਾ ਹੋਵੇ, ਪਰ ਕਿਸਾਨ ਅੰਦੋਲਨ ਇਸ ਵਕਤ ਉਸ ਪੋਜੀਸ਼ਨ ਤੇ ਨਹੀਂ ਪਹੁੰਚ ਸਕਿਆ ਜਿੱਥੇ ਕਿਸਾਨ ਅੰਦੋਲਨ 26 ਜਨਵਰੀ ਤੋਂ ਪਹਿਲਾਂ ਸੀ। ਸਰਕਾਰ ਤੇ ਇੱਕ ਦਬਾਅ ਸੀ, ਪੂਰੇ ਲੋਕਾਂ ਦਾ ਕਿਸਾਨ ਅੰਦੋਲਨ ਨੂੰ ਸਮਰਥਨ ਸੀ। ਔਰ ਮੈਂ ਉਦੋਂ ਬਾਰ-ਬਾਰ ਕਹਿੰਦਾ ਸੀ ਕਿ ਜਿੰਨੇ ਸਾਡੇ ਕਿਸਾਨ ਲੀਡਰ ਨੇ ਇਹ ਕਿਉਂ ਨਹੀਂ ਮੰਗ ਰੱਖਦੇ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ। ਮੇਰੇ ਪੁਰਾਣੇ ਟੈਲੀਵਿਜ਼ਨ ਦੇ ਪ੍ਰੋਗਰਾਮ ਜਨਵਰੀ ਤੋਂ ਪਹਿਲਾਂ ਦੇ, ਸੁਖਬੀਰ ਜੀ ਤੁਸੀਂ ਨਹੀਂ ਸੁਣੇ, ਤੁਸੀਂ ਉਦੋਂ ਕਿਸੇ ਹੋਰ ਚੈਨਲ ਨਾਲ ਸੀ। ਜਨਵਰੀ ਤੋਂ ਪਹਿਲਾਂ ਦੇ ਪ੍ਰੋਗਰਾਮਾਂ ਦੇ ਵਿੱਚ ਮੈਂ ਬਾਰ-ਬਾਰ ਕਿਹਾ ਕਿ ਸਾਡੇ ਕਿਸਾਨ ਲੀਡਰ ਦੋ ਗੱਲਾਂ ਚੱਕਣ। ਇੱਕ ਤਾਂ ਉਹ ਮੰਤਰੀਆਂ ਦੀ ਮੀਟਿੰਗ 'ਚ ਬਾਰ-ਬਾਰ ਕਹਿਣ ਵੀ ਅਸੀਂ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ। ਮੈਂ ਉਦੋਂ ਇੱਥੋਂ ਤੱਕ ਕਹਿੰਦਾ ਰਿਹਾ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਨਾਂ ਨਾਲ ਮੀਟਿੰਗ ਕਰਨੀ ਚਾਹੀਦੀ, ਕਿਸਾਨਾਂ ਨਾਲ। ਕਿਸਾਨ ਅਗਰ ਪ੍ਰਧਾਨ ਮੰਤਰੀ ਸਾਹਿਬ ਨਾਲ ਖੁੱਲ੍ਹੇ 'ਚ ਵੀ ਕਿਤੇ ਮੀਟਿੰਗ ਕਰ ਲੈਣ, ਵੀਡੀਓ ਕਾਨਫਰੰਸਿੰਗ ਤੇ ਵੀ ਮੀਟਿੰਗ ਕਰ ਲੈਣ, ਤੇ ਮਸਲਾ ਹੱਲ ਵਾਲੇ ਪਾਸੇ ਜਾਊਗਾ। ਨਰਿੰਦਰ ਤੋਮਰ, ਸੋਮ ਪ੍ਰਕਾਸ਼, ਪਿਊਸ਼ ਗੋਇਲ ਅਤੇ ਅਫਸਰ ਇਸ ਮਸਲੇ ਨੂੰ ਨਹੀਂ ਨਿਪਟਾ ਸਕਣਗੇ। ਮੈਂ ਬਾਰ-ਬਾਰ ਕਹਿੰਦਾ ਸੀ। ਸਾਡੇ ਕਿਸਾਨਾਂ ਦੀ ਗਲਤੀ ਕੀ ਰਹੀ? ਪੰਜਾਬ ਦੀ ਵਿਧਾਨ ਸਭਾ 'ਚ ਜਿਹੜੇ ਕਾਨੂੰਨ ਪਾਸ ਹੋਏ ਨੇ, ਸਾਡੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਕਾਨੂੰਨਾਂ ਦੀ ਵੀ ਪੈਰਵਾਈ ਨਹੀਂ ਕੀਤੀ। ਇੱਕ ਪਾਸੇ ਤਾਂ ਕੇਂਦਰ 'ਚ ਲੜਾਈ ਲੜ ਰਹੇ ਨੇ ਕਿ ਕਾਨੂੰਨ ਬਣਾਉਣਾ ਖੇਤੀ ਦੇ ਸੂਬਿਆਂ ਦਾ ਵਿਸ਼ਾ ਹੈ, ਤੇ ਜਿਹੜੇ ਸੂਬਿਆਂ ਨੇ ਸੋਧ ਕਰਕੇ ਆਪਣੇ ਕਾਨੂੰਨ ਬਣਾਏ ਨੇ ਉਹਨਾਂ ਬਾਰੇ ਕੋਈ ਮੰਗ ਨਹੀਂ ਵੀ ਸਾਡੇ ਸੂਬੇ ਦੇ ਕਾਨੂੰਨ ਪਹਿਲਾਂ ਤੁਸੀਂ ਪਾਸ ਕਰੋ। ਸੋ ਜਿਹੜੇ ਇਹ ਕਿਸਾਨ ਸੰਗਠਨ ਨੇ ਨਾ, ਇਹ ਗਿਣਤੀ ਇਹਨਾਂ ਦੀ ਵੱਧ ਹੀ ਗਈ
ਕਿਤੇ ਨਾ ਕਿਤੇ ਜਿਹੜੇ ਕਿਸਾਨ ਸੰਗਠਨਾਂ ਦੇ ਆਗੂ ਨੇ ਉਹ ਆਪ ਚੰਗੀ ਔਰ ਵਧੀਆ ਰਣਨੀਤੀ ਤੇ ਅੱਗੇ ਨਹੀਂ ਵਧ ਸਕੇ। ਕਿਸਾਨ ਅੰਦੋਲਨ ਅੱਗੇ ਕਿਵੇਂ ਵਧਿਆ? ਕਿਸਾਨ ਅੰਦੋਲਨ ਅੱਗੇ ਵਧਿਆ ਆਮ ਲੋਕਾਂ ਦੀਆਂ ਭਾਵਨਾਵਾਂ ਕਰਕੇ, ਇਹ ਲੀਡਰਾਂ ਕਰਕੇ ਨਹੀਂ ਵਧਿਆ। ਮੈਂ ਬਾਰ-ਬਾਰ ਸਪਸ਼ਟ ਕਰਦਾ, ਇਹ ਕਿਸਾਨ ਲੀਡਰ ਕਹਿੰਦੇ ਸੀ ਅਸੀਂ ਉਸ ਨੌਜਵਾਨ ਲੀਡਰ ਨੂੰ ਵੀ ਸੱਦਾ ਮਾਰਦੇ ਹਾਂ, ਕਿਸਾਨ ਅੰਦੋਲਨ ਨਾਲ ਜੁੜੇ। ਹੁਣ ਕਹਿੰਦੇ ਉੱਥੇ ਭੀੜ ਹੋ ਜਾ ਕਰੂਗੀ, ਸਿੰਘੂ 'ਚ ਵੀ ਹੋ ਜਾ ਕਰੂਗੀ, ਟਿੱਕਰੀ 'ਚ ਵੀ ਭੀੜ ਹੋ ਜਾਊਗੀ। ਕੋਈ ਭੀੜ ਨਹੀਂ ਹੋਈ, ਕੋਈ ਭੀੜ ਨਹੀਂ ਹੋਈ। ਨੌਜਵਾਨਾਂ ਦੇ ਇਕੱਲੇ ਨੌਜਵਾਨਾਂ ਕਰਕੇ ਉੱਥੇ ਭੀੜ ਹੋ ਜੇ ਤੇ ਨੌਜਵਾਨਾਂ ਤੋਂ ਬਿਨਾਂ ਵੀ ਪੰਜਾਬ ਦੇ ਵਿੱਚ ਬਹੁਤ ਵਸੋਂ ਹੈ। ਸਿਆਣੇ ਲੋਕ ਨੇ ਉਹ ਵੀ ਉੱਥੇ ਬੈਠੇ ਹੋਏ ਸੀਗੇ, ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਸੀ ਉਹਦੇ ਵਿੱਚ। ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਹਰ ਉਮਰ ਦੇ ਲੋਕ ਨੇ। ਸੋ ਕਿਸਾਨ ਲੀਡਰ ਨੇ, ਉਹਨਾਂ ਨੂੰ ਇਹ ਲੱਗਦਾ ਸੀ ਸ਼ਾਇਦ ਕਿ ਸਾਡੀ ਅਗਵਾਈ ਕਰਕੇ ਐਡੀ ਭੀੜ ਪੈ ਰਹੀ ਹੈ। ਰਵੀ ਖਾਲਸਾ ਜੀ, ਖਾਲਸਾ ਏਡ ਵਰਗੀਆਂ ਜਥੇਬੰਦੀਆਂ, ਦੁਨੀਆ 'ਚ ਕਿਤੇ ਵੀ ਬੈਠੇ ਪੰਜਾਬੀ ਨੇ ਆਪਣੇ ਵੱਲੋਂ ਇਸ ਕਿਸਾਨ ਅੰਦੋਲਨ 'ਚ ਸ਼ਮੂਲੀਅਤ ਕੀਤੀ ਹੈ। ਧਰਨੇ ਪੰਜਾਬ 'ਚ ਲੱਗੇ ਨੇ, ਟਰੈਕਟਰ ਟੋਰਾਂਟੋ 'ਚ ਘੁੰਮ ਰਹੇ ਨੇ ਸੜਕਾਂ ਤੇ। ਦੁਨੀਆ ਭਰ ਦੇ ਵਿੱਚ ਟਰੈਕਟਰ ਰੈਲੀਆਂ ਕੱਢੀਆਂ ਸਾਡੇ ਪੰਜਾਬੀਆਂ ਨੇ। ਉਹ ਅੰਦੋਲਨ ਦੀ ਤਾਕਤ ਸੀ, ਲੋਕਾਂ ਦੀ ਸੋਚ ਅੰਦੋਲਨ ਦੀ ਤਾਕਤ ਸੀ। ਔਰ ਸਾਡੇ ਕਿਸਾਨ ਲੀਡਰ ਦੋ ਗਲਤੀਆਂ ਕਰ ਗਏ ਕਿ ਉਹਨਾਂ ਨੇ ਉਸ ਵਕਤ ਇਹ ਫੈਸਲਾ ਨਹੀਂ ਕੀਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਮੋਦੀ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ। ਸਵਾਲ ਵੱਡਾ ਇਹ ਹੈ, ਹੁਣ ਪ੍ਰਧਾਨ ਮੰਤਰੀ ਨੂੰ ਚਿੱਠੀ ਕਿਉਂ ਲਿਖ ਰਹੇ ਨੇ ਸਾਡੇ ਕਿਸਾਨ ਲੀਡਰ? ਇਸੇ ਗੱਲ ਤੇ ਮਤਭੇਦ ਹੋ ਗਿਆ। ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਉਹ ਕਹਿੰਦੇ ਅਸੀਂ ਸਹਿਮਤ ਨਹੀਂ ਸੀ, ਨਹੀਂ ਲਿਖਣੀ ਚਾਹੀਦੀ ਸੀ ਮੋਦੀ ਸਾਹਿਬ ਨੂੰ ਚਿੱਠੀ। ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਉਹ ਸਹਿਮਤ ਨਹੀਂ, ਉਹ ਇੱਥੋਂ ਤੱਕ ਸਹਿਮਤ ਨਹੀਂ। ਜਿਹੜੇ ਦਰਸ਼ਨਪਾਲ ਜੀ ਨੇ, ਜਿਹੜੇ ਇੱਕ ਵੱਡੇ ਆਗੂ ਨੇ ਕਿਸਾਨ ਮੋਰਚੇ ਦੇ, ਉਹ ਕਹਿੰਦੇ ਮੀਟਿੰਗ ਹੋਈ ਸੀ ਜਿਹਦੇ ਵਿੱਚ ਇਹ ਤੈਅ ਹੋਇਆ ਸੀ ਕਿ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਜਾਣੀ ਚਾਹੀਦੀ ਹੈ। ਕੁਝ ਲੀਡਰ ਕਹਿੰਦੇ ਵੀ ਚਿੱਠੀ ਜਿਹੜੀ ਲਿਖੀ ਗਈ ਆ ਉਹ ਸਾਰਿਆਂ ਤੋਂ ਪੜ੍ਹਵਾਈ ਨਹੀਂ ਗਈ, ਚਿੱਠੀ ਦਾ ਵਿਸ਼ਾ ਨਹੀਂ ਵਿਚਾਰ ਚਰਚਾ 'ਚ ਲਿਆਂਦਾ ਗਿਆ। ਕੁਝ ਲੀਡਰ ਕਹਿੰਦੇ ਵੀ ਅਸੀਂ ਉਹਨਾਂ ਕਿਸਾਨ ਲੀਡਰਾਂ ਨੂੰ ਆਗੂ ਮੰਨਣ ਨੂੰ ਤਿਆਰ ਨਹੀਂ। ਸੋ ਕੁੱਲ ਮਿਲਾ ਕੇ ਹੁਣ ਗੱਲ ਇੱਥੇ ਪਹੁੰਚ ਗਈ। ਮੈਨੂੰ ਇਸ ਗੱਲ ਦਾ ਡਰ ਹੈ, ਅਗਰ ਸਾਡੇ ਕਿਸਾਨ ਮੋਰਚੇ ਦੇ ਲੀਡਰਾਂ ਨੇ ਸਿਆਣਪ ਨਾ ਦਿਖਾਈ, ਅਗਰ ਸਾਰਿਆਂ ਨੇ ਆਪਣੇ ਨਿੱਜੀ ਈਗੋ ਮਤਭੇਦ ਭੁਲਾ ਕੇ ਇਕੱਠੇ ਨਾ ਹੋਏ, ਔਰ ਕਿਸਾਨ ਲੀਡਰਾਂ ਨੂੰ ਉਹ ਗਾਣਾ ਸੁਣਾ ਦਿਓ ਆਪਣੇ ਇੱਕ ਨੌਜਵਾਨ ਦਾ, ਈਗੋ ਵਾਲਾ ਗਾਣਾ ਇੱਕ ਬਹੁਤ ਮਸ਼ਹੂਰ ਹੈ, ਮੈਨੂੰ ਉਹ ਗਾਇਕ ਦਾ ਨਾਂ ਨਹੀਂ ਯਾਦ ਆ ਰਿਹਾ, ਉਹ ਈਗੋ ਵਾਲਾ ਗਾਣਾ ਸੁਣਾ ਦਿਓ, ਉੱਥੇ ਮੰਚਾਂ ਤੇ ਲਾ ਦਿਓ। ਜਿਹੜੇ ਵੀ ਕਿਸਾਨ ਲੋਕ ਸੁਣ ਰਹੇ ਨੇ ਨਾ ਜੀ, ਉਹ ਈਗੋ ਵਾਲਾ ਗਾਣਾ ਇੱਕ ਨੌਜਵਾਨ ਮੁੰਡੇ ਨੇ ਗਾਇਆ ਸੀ, ਉਹ ਲਾ ਦਿਓ ਉੱਥੇ ਮੰਚਾਂ ਤੇ। ਕਿਸਾਨ ਲੀਡਰ ਆਪਣੀ ਈਗੋ ਖਤਮ ਕਰਕੇ ਇਕੱਠੇ ਹੋ ਕੇ ਬੈਠਣ। ਦੁਨੀਆ ਭਰ ਦੇ ਪੰਜਾਬੀਆਂ ਦੀਆਂ ਭਾਵਨਾਵਾਂ ਇਸ ਕਿਸਾਨ ਅੰਦੋਲਨ ਨਾਲ ਜੁੜ ਗਈਆਂ। ਜੇ ਇਹ ਕਿਸਾਨ ਲੀਡਰ ਆਪਸ ਦੇ ਵਿੱਚ ਟੁੱਟ ਗਏ, ਇਹ ਕਿਸਾਨ ਅੰਦੋਲਨ ਵਕਤ ਤੋਂ ਪਹਿਲਾਂ ਤਹਿਸ ਨਹਿਸ ਹੋ ਸਕਦਾ ਹੈ। ਔਰ ਰਹੀ ਗੱਲ ਚਿੱਠੀ ਦੀ, ਜਿਹੜੀ ਚਿੱਠੀ ਲਿਖੀ ਸੀ, ਅੱਜ ਸ਼ਾਮ ਤੱਕ ਦਾ ਸਮਾਂ ਸੁਖਬੀਰ ਜੀ ਕਿਸਾਨ ਮੋਰਚੇ ਨੇ ਦਿੱਤਾ। ਜਿਨ੍ਹਾਂ ਵੀ ਸਾਡੀਆਂ ਜਥੇਬੰਦੀਆਂ ਨੇ ਚਿੱਠੀ ਭੇਜੀ ਹੈ, 25 ਮਈ ਸ਼ਾਮ ਤੱਕ ਦਾ ਸਰਕਾਰ ਨੂੰ ਅਲਟੀਮੇਟਮ ਹੈ ਕਿ ਅਗਰ ਅੱਜ 25 ਮਈ ਸ਼ਾਮ ਤੱਕ ਸਾਨੂੰ ਜਵਾਬ ਨਾ ਆਇਆ ਤੇ ਅਸੀਂ 26 ਮਈ ਨੂੰ ਭਾਵ ਕੱਲ ਨਵੇਂ ਐਲਾਨ ਕਰਾਂਗੇ। ਔਰ ਉਹ ਨਵੇਂ ਐਲਾਨ ਕਿਸ ਰੂਪ 'ਚ ਹੋਣਗੇ, ਉਹ ਮੈਨੂੰ ਲੱਗਦਾ ਹੈ 26 ਮਈ ਦੀ ਦੁਪਹਿਰ ਨੂੰ ਮੀਟਿੰਗ ਰੱਖੀ ਜਾਣੀ ਹੈ ਕਿਸਾਨ ਮੋਰਚੇ ਵੱਲੋਂ। ਉਸ ਦੇ ਵਿੱਚ ਨਵੇਂ ਐਲਾਨ ਹੋਣਗੇ ਔਰ ਨਾਲ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਸਾਡੇ ਜਿਹੜੇ ਨਾਰਾਜ਼ ਨੇ ਕੁਝ ਕਿਸਾਨ ਜਥੇਬੰਦੀਆਂ ਵਾਲੇ ਲੀਡਰ, ਉਹ ਕਦੋਂ ਆਪਸ 'ਚ ਏਕਾ ਬਣਾਉਂਦੇ ਨੇ ਔਰ ਬਿਆਨ ਜਾਰੀ ਕਰਦੇ ਨੇ ਕਿ ਸਾਡੇ 'ਚ ਕੋਈ ਮਤਭੇਦ ਨਹੀਂ, ਮੋਦੀ ਸਾਹਿਬ ਨੂੰ ਚਿੱਠੀ ਚਲੀ ਗਈ, ਦੇਰ ਨਾਲ ਚਲੀ ਗਈ, ਕੁਝ ਲੋਕਾਂ ਦੀ ਜਾਣਕਾਰੀ ਤੋਂ ਬਿਨਾਂ ਚਲੀ ਗਈ, ਪਰ ਗਈ ਤਾਂ ਕਿਸਾਨਾਂ ਦੇ ਹਿੱਤ 'ਚ ਹੀ ਹੈ ਨਾ। ਜਿਨ੍ਹਾਂ ਲੋਕਾਂ ਨੇ ਵੀ ਚਿੱਠੀ ਭੇਜੀ ਆ, ਉਹਨਾਂ ਨੇ ਕੋਈ ਨਿੱਜੀ ਚੀਜ਼ ਨਹੀਂ ਮੰਗੀ ਉਹਦੇ 'ਚ। ਉਹਨਾਂ ਨੇ ਇਹੀ ਕਿਹਾ ਵੀ ਅਸੀਂ ਜਿੱਥੋਂ ਗੱਲ ਖਤਮ ਹੋਈ ਉੱਥੋਂ ਗੱਲ ਸ਼ੁਰੂ ਕਰਨਾ ਚਾਹੁੰਦੇ ਹਾਂ। ਰਕੇਸ਼ ਟਕੈਤ ਨੇ ਬਿਆਨ ਦਿੱਤਾ ਸੀ, ਪਰਸੋਂ ਮੋਹਾਲੀ ਆਏ ਹੋਏ ਸੀ ਰਕੇਸ਼ ਟਕੈਤ, ਉਹਨਾਂ ਦਾ ਬਿਆਨ ਹੈ। ਮੈਂ ਇੱਕ ਵਾਰੀ ਰਕੇਸ਼ ਟਕੈਤ ਦਾ ਬਿਆਨ ਉਹ ਛੋਟਾ ਜਿਹਾ ਦੁਬਾਰਾ ਵੀ ਸੁਣਾ ਦਿੰਦਾ, ਜਿਹਦੇ 'ਚੋਂ ਕਹਿ ਰਹੇ ਨੇ ਕਿ ਅਸੀਂ ਚਿੱਠੀ ਭੇਜੀ ਹੈ ਔਰ ਜਿੱਥੋਂ ਗੱਲ ਖਤਮ ਹੋਈ ਅਸੀਂ ਉੱਥੋਂ ਹੀ ਸ਼ੁਰੂ ਕਰਨਾ ਚਾਹੁੰਦੇ ਹਾਂ। ਇੱਕ ਵਾਰੀ ਸੁਣ ਲਓ ਰਕੇਸ਼ ਟਕੈਤ ਦੀ ਗੱਲ भी। हाँ लेटर लिखी। कोई गलबात की कोई आस है आपको? नहीं वे ये कह रहे थे पिछले 4 महीने से कि प्रधानमंत्री एक कॉल की दूरी पे है जी। हमें फोन नंबर तो 4 महीने से नहीं मिला। भाई हम चिट्ठी लिख दो, क्योंकि पहले चिट्ठी पत्री का जमाना था, लेटर लिखते थे, उसका जवाब आ जाता था 7, 8, 10 दिन में। 4 महीने लेट क्यों हो गए आप? पहले क्यों ना पहले भी पता, उनके दरवाजे पे बैठे, उनके दरवाजे पे बैठे कि खोलते ही हम आप उनके बाहर बैठे दिल्ली के चारों तरफ। हाँ। और हमने बता दिया कि चिट्ठी लिख दी, हम बात करना चाहते हैं। अब हमें समाज, प्रेस, देश, दुनिया ये नहीं कहने की कि हम बात करना नहीं चाहते, हम बात करना चाहते हैं सरकार से। जहाँ से बात खत्म हुई वहाँ से ही बात की शुरुआत होगी। ਰਕੇਸ਼ ਟਕੈਤ ਦੀ ਗੱਲ ਵੀ ਤੁਸੀਂ ਸੁਣੀ, ਬੜੇ ਵੱਡੇ ਆਗੂ ਨੇ ਇਹ ਵੀ। ਸੋ ਹੁਣ ਆਸ ਕਰਦੇ ਹਾਂ
ਕਿ ਅੱਜ ਸ਼ਾਮ ਤੱਕ ਭਾਰਤ ਦੀ ਸਰਕਾਰ ਕੋਈ ਚੰਗਾ ਸੁਨੇਹਾ ਭੇਜੇ ਔਰ ਜਿਹਦੇ ਨਾਲ ਗੱਲਬਾਤ ਦੁਬਾਰਾ ਸ਼ੁਰੂ ਹੋਵੇ ਔਰ ਕਿਸੇ ਮਸਲੇ ਵਾਲੇ ਪਾਸੇ ਗੱਲ ਜਾਵੇ। ਹਾਲਾਂਕਿ ਨਰਿੰਦਰ ਤੋਮਰ ਤਾਂ ਪਹਿਲਾਂ ਹੀ ਇਹ ਬਿਆਨ ਦੇ ਚੁੱਕੇ ਨੇ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਸੀ ਪਰਸੋਂ ਕਿ ਚਿੱਠੀ ਲਿਖੀ ਕਿਸਾਨਾਂ ਨੇ, ਉਹ ਕਹਿੰਦੇ ਅਗਰ ਕਿਸਾਨ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਇਲਾਵਾ ਕੋਈ ਹੋਰ ਪ੍ਰਸਤਾਵ ਲੈ ਕੇ ਆਉਂਦੇ ਨੇ ਤੇ ਫਿਰ ਅਸੀਂ ਖੁੱਲ੍ਹ ਕੇ ਵਿਚਾਰ ਕਰਾਂਗੇ। ਸੋ ਅਗਰ ਅੱਜ ਸ਼ਾਮ ਤੱਕ ਸਰਕਾਰ ਦਾ ਕੋਈ ਜਵਾਬ ਨਹੀਂ ਆਉਂਦਾ ਫਿਰ ਕਿਸਾਨ ਮੋਰਚੇ ਦਾ ਅਗਲਾ ਐਕਸ਼ਨ ਕੀ ਹੋਊਗਾ ਉਹਦੇ ਤੇ ਸਾਡੀ ਨਜ਼ਰ ਰਹੂਗੀ। ਪਰ ਬੇਨਤੀ ਹੈ ਕਿਸਾਨ ਮੋਰਚੇ ਵਾਲਿਆਂ ਨੂੰ ਕਿ ਆਪਸ 'ਚ ਏਕਾ ਬਣਾ ਕੇ ਰੱਖੋ। ਦੁਨੀਆ ਭਰ ਦੇ ਪੰਜਾਬੀਆਂ ਦੀ ਨਜ਼ਰ ਤੁਹਾਡੇ ਤੇ ਹੈ, ਤੁਸੀਂ ਈਗੋ ਕਰਕੇ ਆਪਣਾ ਅੰਦੋਲਨ ਨਾ ਖਰਾਬ ਕਰ ਲਿਓ। ਬਿਲਕੁਲ, ਤੇ ਅੰਦੋਲਨ ਨੂੰ ਬਚਾਏ ਰੱਖਣ ਵਾਸਤੇ ਏਕਾ ਬਣਾਏ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। 26 ਮਈ ਦੀ ਤੁਸੀਂ ਗੱਲ ਕੀਤੀ ਤੇ ਕਿਸਾਨ ਆਗੂ ਜਿਹੜੇ ਇਸ ਦਿਨ ਨੂੰ ਕਾਲਾ ਦਿਨ ਮਨਾਉਣ ਦੀ ਤਿਆਰੀ ਕਰ ਰਹੇ ਨੇ ਤੇ ਕਿਹੋ ਜਿਹਾ ਰਹਿਣ ਵਾਲਾ ਹੈ 26 ਮਈ ਦਾ ਦਿਨ? ਦੇਖੋ ਸੁਖਬੀਰ ਜੀ, ਪਰਸੋਂ ਨੂੰ ਕੱਲ 26 ਮਈ ਨੂੰ ਕਿਸਾਨਾਂ ਨੇ ਸੱਦਾ ਦਿੱਤਾ ਹੈ ਵੀ ਤੁਸੀਂ ਘਰ ਚੋਂ ਦਫ਼ਤਰ ਚੋਂ ਤੁਹਾਡੀ ਇਮਾਰਤ ਹੈ, ਬਿਲਡਿੰਗ ਹੈ, ਤੁਸੀਂ ਕਾਲਾ ਝੰਡਾ ਲਾਓ। ਮੈਨੂੰ ਲੱਗਦਾ ਇਹ ਟਰੈਕਟਰਾਂ ਤੇ ਵੀ ਸੱਦਾ ਦੇ ਦੇਣਗੇ ਵੀ ਟਰੈਕਟਰਾਂ ਤੇ ਵੀ ਲਾਓ। ਚਲੋ ਰੋਸ ਹੈ, ਟਰੈਕਟਰ ਵੀ ਸਾਡਾ ਘਰ ਹੀ ਹੈ, ਟਰੈਕਟਰ ਟਰਾਲੀ ਜਦੋਂ ਮਰਜ਼ੀ ਟਰਾਲੀ ਤੇ ਤਰਪਾਲ ਪਾ ਕੇ ਵਿੱਚ ਰਹਿਣ ਲੱਗ ਜਾਓ। ਸੋ ਭਾਰਤ ਦੀ ਆਬਾਦੀ ਹੈ 70 ਤੋਂ 80% ਜਿਹੜੀ ਖੇਤੀਬਾੜੀ ਨਾਲ ਜੁੜੀ ਹੋਈ ਹੈ। ਹੁਣ ਕਿਸਾਨਾਂ ਦਾ ਸੱਦਾ ਹੈ ਸਾਰਿਆਂ ਨੂੰ। ਅਗਰ 70-80% ਕਿਸਾਨ ਆਬਾਦੀ 'ਚੋਂ ਅਸੀਂ ਮੰਨ ਲਈਏ ਕਿ 25% ਲੋਕ ਵੀ ਕਿਸਾਨ ਜਿਹੜੇ ਨੇ ਉਹ ਕਿਸਾਨ ਮੋਰਚੇ ਦੇ ਨਾਲ ਨੇ, ਉਂਝ ਤਾਂ ਮੈਂ ਕਹਿੰਦਾ ਸਾਰੇ ਹੀ ਨਾਲ ਹੋਣਗੇ, ਕਿਸਾਨ ਕੱਲਾ ਕਿਸਾਨ ਨਾਲ ਹੋਊਗਾ। ਅਗਰ 25% ਨੇ ਵੀ ਝੰਡੇ ਲਾਤੇ ਆਪਣੇ ਘਰਾਂ ਤੇ, ਦਰਵਾਜ਼ਿਆਂ ਤੇ, ਦੁਕਾਨਾਂ ਤੇ, ਦਫ਼ਤਰਾਂ ਤੇ, ਟਰਾਲੀਆਂ ਤੇ ਜਿਹੜੀਆਂ ਸੈਟੇਲਾਈਟ ਦੀਆਂ ਤਸਵੀਰਾਂ ਨੇ ਨਾ ਜਿਹੜੀਆਂ ਉੱਪਰੋਂ ਦੁਨੀਆ ਖਿੱਚਦੀ ਹੈ, ਜਿਹੜੇ ਆ ਕਹਿੰਦੇ ਨੇ ਉੱਪਰ ਅਸੀਂ ਛੱਡੇ ਹੋਏ ਨੇ ਬਹੁਤ ਵੱਡੇ ਵੱਡੇ ਇਨਸਟ 1 ਇਨਸਟ 2 ਇਨਸਟ 4 ਜੋ ਵੀ ਹੈ ਸੈਟੇਲਾਈਟ, ਤੇ ਫਿਰ ਉੱਪਰੋਂ ਤਸਵੀਰਾਂ ਪੂਰਾ ਭਾਰਤ ਹਰਾ ਤੇ ਕਾਲਾ ਹੀ ਦਿਖੂਗਾ। ਕਿਉਂਕਿ ਹੁਣ ਇੰਡੀਆ, ਕਿਉਂਕਿ ਐਗਰੀਕਲਚਰ ਬੇਸਡ ਸਾਡੀ ਸਟੇਟ ਹੈ ਇੰਡੀਆ, ਐਗਰੀਕਲਚਰ ਆਧਾਰਿਤ ਦੇਸ਼ ਹੈ। ਸਾਡੇ ਮੁਲਕ 'ਚ ਸਭ ਤੋਂ ਵੱਧ ਖੇਤੀ ਹੁੰਦੀ ਹੈ, ਬਹੁਤ ਵੱਡੀ ਸਾਡੇ ਰਕਬਾ ਸਾਡੇ ਮੁਲਕ ਦਾ ਔਰ ਬਹੁਤ ਵੱਡੀ ਕਿਸਾਨੀ ਹੈ। ਸੋ ਉੱਪਰੋਂ ਹਰੀਆਂ ਤੇ ਕਾਲੀਆਂ ਤਸਵੀਰਾਂ ਦੁਨੀਆ 'ਚ ਛਾ ਜਾਣਗੀਆਂ ਭਾਰਤ ਦੀਆਂ। ਉਹ ਹਰੀਆਂ ਤੇ ਕਾਲੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹੋਣਗੀਆਂ ਕਿ ਕਿਸਾਨ ਸੱਦੇ ਨੂੰ, ਕਾਲੇ ਦਿਵਸ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ। ਸੋ 26 ਮਈ ਵਾਲੇ ਦਿਨ ਭਾਰਤ ਸਰਕਾਰ ਨੂੰ ਬੇਨਤੀ ਵੀ ਹੈ ਕਿ ਭਾਰਤ ਸਰਕਾਰ ਜ਼ਰੂਰ ਕਿਸਾਨਾਂ ਦੇ ਨਾਲ ਬਾਂਹ ਫੜੇ, ਗੱਲਬਾਤ ਨੂੰ ਅੱਗੇ ਤੋਰੇ। ਦੇਖੋ ਮੋਦੀ ਸਾਹਿਬ ਦੀ ਸਰਕਾਰ ਨੇ ਪਹਿਲਾਂ ਹੀ ਕਹਿਤਾ ਸੀ ਕਿ ਅਸੀਂ 1.5 ਸਾਲ ਲਈ ਕਾਨੂੰਨ ਮੁਲਤਵੀ ਕਰਨ ਲਈ ਤਿਆਰ ਹਾਂ। ਹੁਣ ਤੁਸੀਂ ਦੇਖੋ 2024 ਦੇ ਵਿੱਚ ਦੁਬਾਰਾ ਵੋਟਾਂ ਪੈਣੀਆਂ ਨੇ। 2019 'ਚ ਵੋਟਾਂ ਪਈਆਂ, 2019 'ਚ ਵੋਟਾਂ ਪਈਆਂ, ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ। ਹੁਣ ਪੈਣੀਆਂ ਨੇ ਵੋਟਾਂ 2024 'ਚ, ਮਤਲਬ 3 ਸਾਲ ਬਾਅਦ ਵੋਟਾਂ ਪੈਣੀਆਂ ਨੇ। ਮੋਦੀ ਸਾਹਿਬ ਕਹਿੰਦੇ 1.5 ਸਾਲ ਲਈ ਮੈਂ ਕਾਨੂੰਨ ਮੁਲਤਵੀ ਕਰਨ ਲਈ ਸਰਕਾਰ ਤਿਆਰ ਹੈ। ਤੇ ਕਿਉਂ ਨਾ ਸਰਕਾਰ 3 ਸਾਲ ਲਈ ਮੁਲਤਵੀ ਕਰਦੇ, ਵੀ ਅਸੀਂ 3 ਸਾਲ ਲਈ ਕਾਨੂੰਨ ਮੁਲਤਵੀ ਕਰਦੇ ਹਾਂ। 2024 ਦੇ ਨਤੀਜੇ ਤੇ ਅਸੀਂ ਨਿਰਭਰ ਕਰਦੇ ਹਾਂ। ਜੇ ਤਾਂ ਸਾਡੀ ਸਰਕਾਰ ਵਾਪਸ ਆ ਗਈ ਇਹਦਾ ਮਤਲਬ ਹੈ ਕਿਸਾਨਾਂ ਨੇ ਕਾਨੂੰਨਾਂ ਨੂੰ ਸਹਿਮਤੀ ਦੇਤੀ, ਤੇ ਜੇ ਸਾਡੀ ਸਰਕਾਰ ਵਾਪਸ ਨਹੀਂ ਆਈ ਤੇ ਫਿਰ ਭਾਈ ਜਿਹੜੀ ਸਰਕਾਰ ਆਊਗੀ ਉਹ ਦੇਖੂਗੀ ਇਹਨਾਂ ਕਾਨੂੰਨਾਂ ਦਾ ਕੀ ਕਰਨਾ। ਮੈਨੂੰ ਲੱਗਦਾ ਇਹੀ ਫਾਰਮੂਲਾ ਹੋ ਸਕਦਾ ਹੈ ਜਿਹਦੇ ਨਾਲ ਇਹ ਮਸਲਾ ਨਿਬੜ ਸਕਦਾ ਹੈ। ਔਰ ਹੁਣ ਆਸ ਇਹ ਕਰਾਂਗੇ ਕਿ ਰੱਬ ਕੋਈ ਚਮਤਕਾਰ ਕਰਦੇ। ਜਾਂ ਕੋਵਿਡ ਦੀਆਂ ਸਥਿਤੀਆਂ ਨੇ ਦੁਨੀਆ 'ਚ, ਕੋਵਿਡ ਦੀਆਂ ਸਥਿਤੀਆਂ ਦਾ ਆਧਾਰ ਬਣਾ ਕੇ ਵੀ ਸਰਕਾਰ ਕਹਿ ਸਕਦੀ ਹੈ ਕਿ ਕੋਵਿਡ ਕਰਕੇ ਦੇਸ਼ 'ਚ ਸਥਿਤੀਆਂ ਚਿੰਤਾਜਨਕ ਨੇ, ਸਾਡੇ ਬਹੁਤ ਸਾਰੇ ਲੋਕ ਦੁਨੀਆ ਤੋਂ ਚਲੇ ਗਏ। ਸੁਖਬੀਰ ਜੀ, ਭਾਰਤ ਦੇ ਹੁਣ ਤੱਕ 3 ਲੱਖ ਤੋਂ ਜ਼ਿਆਦਾ ਸਾਡੇ ਭਾਰਤ ਦੇ 3 ਲੱਖ ਤੋਂ ਜ਼ਿਆਦਾ ਲੋਕ ਦੁਨੀਆ ਤੋਂ ਚਲੇ ਗਏ। ਇੱਕ ਬਹੁਤ ਵੱਡਾ ਅੰਕੜਾ ਹੁੰਦਾ ਹੈ 3 ਲੱਖ ਲੋਕਾਂ ਦਾ ਚਲੇ ਜਾਣਾ ਬਿਮਾਰੀ ਕਰਕੇ, ਉਹ ਵੀ ਕੋਵਿਡ ਕਰਕੇ। ਔਰ ਸਰਕਾਰ ਜਿਹਦੇ 'ਚ ਸਾਡੀ ਕਿਤੇ ਨਾ ਕਿਤੇ ਇਸ ਗੱਲ ਲਈ ਜ਼ਿੰਮੇਦਾਰ ਹੈ ਕਿ ਨਾ ਮੈਡੀਸਨ ਉਪਲਬਧ ਕਰਾ ਸਕੀ ਸਮੇਂ ਸਿਰ ਜ਼ਰੂਰੀ, ਨਾ ਆਕਸੀਜਨ ਦੇ ਸਿਲੰਡਰ ਉਪਲਬਧ ਕਰਾ ਸਕੀ, ਨਾ ਆਕਸੀਜਨ ਉਪਲਬਧ ਕਰਾ ਸਕੀ, ਨਾ ਬਿਸਤਰੇ ਬੈੱਡ ਉਪਲਬਧ ਕਰਾ ਸਕੀ, ਤੇ ਨਾ ਸਾਡੀ ਸਰਕਾਰ ਵੈਕਸੀਨੇਸ਼ਨ ਉਪਲਬਧ ਕਰਾ ਸਕੀ। ਤੇ ਟੀਕੇ ਦੂਜੇ ਮੁਲਕਾਂ ਨੂੰ ਭੇਜੇ ਜਾਂਦੇ ਰਹੇ ਤੇ ਹੁਣ ਸਾਡੇ ਮੁਲਕ ਦੇ ਟੀਕੇ ਵਾਲੇ ਕੇਂਦਰ ਬੰਦ ਨੇ। ਔਰ ਸਾਨੂੰ ਪੰਜਾਬ ਨੂੰ ਦੂਜੇ ਮੁਲਕ ਦੀ ਵੱਡੀ ਏਜੰਸੀ ਨੇ ਵੈਕਸੀਨ ਦੇਣ ਤੋਂ ਇਨਕਾਰ ਕਰਤਾ, ਕੈਪਟਨ ਅਮਰਿੰਦਰ ਨੂੰ। ਉਹ ਕਹਿੰਦੇ ਪਹਿਲਾਂ ਅਸੀਂ ਆਪਣਾ ਮੁਲਕ ਦੇਖਾਂਗੇ, ਅਸੀਂ ਭਾਰਤ ਸਰਕਾਰ ਨਾਲ ਹੀ ਨਿਬੜਾਂਗੇ। ਸੋ ਸਾਡੀ ਸਰਕਾਰ ਵੈਕਸੀਨੇਸ਼ਨ ਉਪਲਬਧ ਕਰਾਉਣ ਦੇ ਵਿੱਚ ਵੀ ਅਸਫਲ ਹੋਈ ਹੈ। ਸੋ ਅਜਿਹੇ ਮੌਕੇ ਤੇ ਇਸ ਗੱਲ ਨੂੰ ਆਧਾਰ ਬਣਾ ਕੇ ਕੋਵਿਡ ਨੂੰ ਅਗਰ ਭਾਰਤ ਦੀ ਸਰਕਾਰ ਖੇਤੀ ਕਾਨੂੰਨ ਮੁਲਤਵੀ ਕਰ ਦੇ 3 ਸਾਲ ਲਈ ਤੇ ਮਸਲੇ ਨਿਬੜ ਸਕਦੇ ਨੇ। ਸੋ ਆਸ ਕਰਾਂਗੇ ਕਿ ਇੱਕ ਚਮਤਕਾਰ ਕਰੇ ਰੱਬ ਕੋਈ ਤੇ ਇਹ मसले निबड़ जान, क्योंकि हुण समझ नहीं आता कि इन्हां मसलियां ते होऊगा की। आप ब्लैक डे मनाएंगे भाई, सरकार के 7 साल हो जाएंगे और किसान आंदोलन के 6 महीने हो जाएंगे। तो 26 तारीख को तो
ब्लैक डे तो मनेगा 26 तारीख को, अपने घर पे काला झंडा लगाएंगे, अपने ट्रैक्टर पर लगाएंगे, हम तो काला कपड़ा पहनेंगे भाई। किसी को कोई ऐतराज थोड़ा है, काला कपड़ा अगर देश में बन रहा है, मिल रहा है तो पहनेंगे उसको। ਹਾਂਜੀ ਬਿਲਕੁਲ। ਤੇ ਇਹ ਕੱਲ ਦਾ ਦਿਨ ਦੱਸੇਗਾ ਕਿ ਕਿੰਨੇ ਕੁ ਲੋਕਾਂ ਨੇ ਸਮਰਥਨ ਜਤਾਇਆ ਇਸ ਕਿਸਾਨ ਅੰਦੋਲਨ ਦੇ ਨਾਲ। ਦਲਾ ਜੀ, ਤੁਸੀਂ ਇੰਨੇ ਸਾਰੇ ਮੁੱਦਿਆਂ ਤੇ ਸਾਡੇ ਨਾਲ ਡਿਸਕਸ਼ਨ ਕੀਤੀ, ਤੁਹਾਡਾ ਕੀਮਤੀ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸੁਖਬੀਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।